ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਸਦਾ ਹੀ ਬਖਸ਼ਿੰਦ, ਸਦਾ ਹੀ ਦਿਆਲੂ, ਸਦਾ ਹੀ ਕਿਰਪਾਲੂ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਥਾਨ ਵਿਖੇ ਸੁਭਾਏਮਾਨ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੰਗਤ ਜੀ, ਆਪ ਜੀ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਕੀਆਂ ਸੰਗਤਾਂ ਬੜੇ ਹੀ ਪਿਆਰ ਨਾਲ ਆਪਣੇ ਕੰਨਾਂ ਰਾਹੀਂ ਸੱਚੇ ਪਾਤਸ਼ਾਹ ਜੀ ਦਾ ਜਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਹਨ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ।
ਸਭ ਸੰਗਤ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮਹਾਨ ਪਵਿੱਤਰ ਜਸ, ਸਤਿਗੁਰੂ ਜੀ ਦੀ ਵੱਡੀ ਵਡਿਆਈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਹਿੰਦੇ ਮੈਂ ਸਾਰੀ ਨਹੀਂ ਲਿਖ ਸਕਦਾ, ਨਾ ਮੈਂ ਸਾਰੀ ਕਹਿ ਸਕਦਾ ਹਾਂ। ਜਿੰਨੀ ਕੁ ਗੁਰੂ ਸਾਹਿਬ ਨੇ ਲਿਖਾਈ ਓਨੀ ਕੁ ਕਥਾ ਲਿਖੀ ਗਈ ਹੈ, ਤੇ ਦਾਸ ਤੁਛ ਬੁੱਧੀ ਦੇ ਅਨੁਸਾਰ ਆਪ ਜੀ ਦੇ ਸਾਹਮਣੇ ਬੇਨਤੀ ਕੀਤੀ ਹੈ। ਸਾਧ ਸੰਗਤ ਜੀ, ਆਪ ਜੀ ਨੇ ਮਹਾਰਾਜ ਜੀ ਦੀ ਕਥਾ ਸਰਵਣ ਕੀਤੀ। ਕਿਸ ਤਰੀਕੇ ਦੇ ਨਾਲ ਦੇਵਤਿਆਂ ਨੇ ਮਹਾਰਾਜ ਜੀ ਨੂੰ ਆ ਕੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਮਹਾਰਾਜ ਹੁਣ ਆਪ ਜੀ ਸੱਚਖੰਡ ਵਿੱਚ ਆ ਜਾਓ। ਉਹ ਸਾਰਾ ਪ੍ਰਸੰਗ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਪੋ ਆਪਣੀ ਪਦਵੀ ਹੁੰਦੀ ਹੈ, ਆਪੋ ਆਪਣੀ ਲਿਆਕਤ ਹੁੰਦੀ ਹੈ। ਜਦੋਂ ਮਨਮੁਖਾਂ ਨੇ ਸਰੀਰ ਤਿਆਗਣਾ ਹੁੰਦਾ ਹੈ, ਜੰਮ ਆਉਂਦੇ ਆ ਲੈਣ ਵਾਸਤੇ, ਕੁੱਟਦੇ ਹੋਏ ਲੈ ਕੇ ਜਾਂਦੇ ਆ। ਜਦੋਂ ਸਾਧ ਸੰਗਤ ਜੀ ਗੁਰਮੁਖਾਂ ਨੇ ਸਰੀਰ ਤਿਆਗਣਾ ਹੈ, ਧਰਮ ਰਾਜਾ ਆਪਣੇ ਦੂਤ ਭੇਜਦਾ ਹੈ, ਜਿਹੜੇ ਬੜੇ ਪਿਆਰ ਦੇ ਨਾਲ ਬਿਬਾਮ ਦੇ ਵਿੱਚ ਸਜਾ ਕੇ ਗੁਰਮੁਖ ਦੀ ਰੂਹ ਨੂੰ ਉੱਪਰ ਲੈ ਕੇ ਜਾਂਦੇ ਆ। ਪਰ ਜਦੋਂ ਸੱਚੇ ਪਾਤਸ਼ਾਹ ਜਦੋਂ ਵੀ ਸਰੀਰ ਤਿਆਗ ਕੇ ਗਏ ਆ, 10 ਜਾਮਿਆਂ ਦੀ ਆਪ ਜੀ ਨੇ ਕਥਾ ਸਰਵਣ ਕੀਤੀ ਹੈ। ਪਹਿਲਾਂ ਵੀ ਜਦੋਂ ਕਿਸੇ ਵੀ ਗੁਰੂ ਸਾਹਿਬ ਨੇ ਸਰੀਰ ਤਿਆਗਿਆ, ਦੇਵਤੇ ਸਾਰੇ ਕੁੱਲ ਦੇਵਤੇ ਆਏ ਆ, ਜੈ ਜੈਕਾਰ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਨੂੰ ਸੱਚਖੰਡ ਦੇ ਵਿੱਚ ਲੈ ਕੇ ਗਏ ਹਨ। ਇਹ ਸਾਧ ਸੰਗਤ ਜੀ ਸਤਿਗੁਰੂ ਦੀ ਵਡਿਆਈ ਹੈ। ਗੁਰੂ ਸਾਹਿਬ ਆਪ ਕਲਯੁਗ ਨੂੰ ਤਾਰਨ ਵਾਸਤੇ ਆਏ ਹੈ, ਔਰ ਮਹਾਰਾਜ ਜੀ ਨੇ ਕਲਯੁਗ ਨੂੰ ਤਾਰਨ ਵਾਸਤੇ ਵਾਹਿਗੁਰੂ ਜੀ ਦਾ ਨਾਮ ਬਖਸ਼ਿਸ਼ ਕੀਤਾ ਜੀ। ਸੋ ਮਹਾਰਾਜ ਗਰੀਬ ਨਵਾਜ ਜੀ ਦੇਵਤਿਆਂ ਦਾ ਸੰਦੇਸ਼ਾ ਸੁਣ ਕੇ, ਉਹਨਾਂ ਦੀ ਬੇਨਤੀ ਸੁਣ ਕੇ ਆਪਣੇ ਅਸਥਾਨ 'ਤੇ ਆਏ ਹੈ। ਭਾਈ ਸਧਾਰਨ ਜੀ ਕੋਲੋਂ ਬਸਤਰ ਵੀ ਮਹਾਰਾਜ ਨੇ ਤਿਆਰ ਕਰਵਾ ਲਏ, ਔਰ ਉਹ ਕਮਰਾ ਵੀ ਤਿਆਰ ਕਰਵਾ ਲਿਆ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਸਰੀਰ ਤਿਆਗਣਾ ਹੈ। ਅੱਗੋਂ ਹੁਣ ਜਿਹੜੀ ਕਥਾ ਹੈ ਸੰਗਤ ਜੀ, ਉਹ ਆਪਾਂ ਸਰਵਣ ਕਰਨੀ ਹੈ। ਧਰੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ, ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਕਰੀਏ ਅਰਦਾਸ, ਦਾਤਾ ਜੀ ਆਪ ਜੀ ਦੀ ਕਥਾ ਨਾਲ ਸਾਡਾ ਚਿੱਤ ਜੁੜੇ। ਕਥਾ ਸੁਣਦਿਆਂ ਸਾਨੂੰ ਤੁਹਾਡੀ ਹਾਜ਼ਰੀ ਮਹਿਸੂਸ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਕਥਾ ਸੁਣਦਿਆਂ ਆਪ ਜੀ ਦੇ ਚਰਨਾਂ ਵਿੱਚ ਹੀ ਸਾਡੀ ਸੁਰਤ ਪਹੁੰਚ ਜਾਵੇ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਤਿਨ ਕੀ ਮਹਿਮਾ ਕਿਆ ਕਰੋ, ਜੋ ਸਿੱਖ ਗੁਰੂ ਹਦੂਰ। ਭਾਈ ਸੰਤੋਖ ਸਿੰਘ ਜੀ ਕਥਾ ਲਿਖਦਿਆਂ ਪਹਿਲਾਂ ਇਹ ਗੱਲ ਆਰੰਭ ਕਰਦੇ ਆ, ਕਹਿੰਦੇ ਸਿੰਘੋ ਸੰਗਤ ਜੀ, ਮੈਂ ਉਹਨਾਂ ਸਿੱਖਾਂ ਦੀ ਕਿੰਨੀ ਕੁ ਮਹਿਮਾ ਕਰਾਂ ਜਿਹੜੇ ਮਹਾਰਾਜ ਜੀ ਦੇ ਕੋਲ ਹਨ। ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਸਧਾਰਨ ਜੀ ਜੈਸੇ, ਭਾਈ ਕਮਲਾ ਜੀ ਜੈਸੇ, ਭਾਈ ਜੋਧ ਜੀ ਜੈਸੇ। ਕਹਿੰਦੇ ਮੈਂ ਉਹਨਾਂ ਸਿੱਖਾਂ ਦੀ ਕਿੰਨੀ ਕੁ ਸਿਫਤ ਕਰਾਂ। ਸੰਗਤ ਜੀ ਮੈਨੂੰ ਮਾਫ ਕਰਿਓ, ਸਮੇਂ ਦੇ ਨਾਲ ਸਾਧਨ ਬੜੇ ਵੱਧ ਗਏ, ਅਤੇ ਸਾਧਨ ਵਧਣ ਕਰਕੇ ਸਾਡੀ ਭਗਤੀ ਜਿਹੜੀ ਉਹ ਘਟ ਗਈ ਜੀ। ਪੁਰਾਤਨ ਜਿਹੜੇ ਸਿੱਖ ਹੈ ਸਾਰੇ ਬੜੇ ਬੰਦਗੀ ਵਾਲੇ ਸਨ, ਬੜੀਆਂ ਕਮਾਈਆਂ ਵਾਲੇ ਸਨ। ਲਗਭਗ ਗੁਰਸਿੱਖਾਂ ਦਾ ਜੀਵਨ ਪੜ੍ਹ ਲਓ, ਸੁਣ ਲਓ, ਅਸਚਰਜਤਾਈ ਵਿੱਚ ਚਲੇ ਜਾਈਦਾ ਵੀ ਕਮਾਲ ਨੇ ਗੁਰਸਿੱਖ ਜੀ, ਕਮਾਲ ਨੇ ਗੁਰਸਿੱਖ। ਬੜੀ ਬੰਦਗੀ ਦੇ ਭੰਡਾਰੇ ਸਨ ਪੁਰਾਤਨ ਸਿੱਖ ਜੀ, ਬੰਦਗੀ ਦੇ ਭੰਡਾਰੇ। ਮਨ ਮਾਰੇ ਜਿਨ੍ਹਾਂ ਨੇ, ਵਕਾਰ ਜਿਨ੍ਹਾਂ ਦੇ ਨੇੜੇ ਵੀ ਨਹੀਂ ਸੀ ਜਾਂਦੇ ਜੀ, ਵਕਾਰ ਨੇੜੇ ਨਹੀਂ ਸੀ ਜਾਂਦੇ। ਪੁਰਾਤਨ ਸਿੱਖਾਂ ਦਾ ਜੀਵਨ ਵੇਖੀਏ ਅਤੇ ਆਪਣਾ ਵੇਖੀਏ ਅਤੇ ਮਨ ਵਿੱਚ ਆਉਂਦਾ ਹੈ ਵੀ ਅਸੀਂ ਉਹਨਾਂ ਸਿੱਖਾਂ ਦੀ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹੈਗੇ ਜੀ। ਕਵੀ ਜੀ ਲਿਖਦੇ ਆ, ਕਹਿੰਦੇ ਮੈਂ ਉਹਨਾਂ ਸਿੱਖਾਂ ਦੀ ਕਿੰਨੀ ਕੁ ਮਹਿਮਾ ਕਰਾਂ
ਜਿਹੜੇ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦੇ ਆ। ਹਾਂਜੀ। ਮਮ ਮਤ ਮਸ਼ਕ ਸਮਾਨ ਹੈ, ਕਸ ਚਾਵਹਿ ਗਰਪੂਰ। ਕਹਿੰਦੇ ਮੇਰੀ ਮਤ ਮੱਛਰ ਵਰਗੀ ਹੈ, ਮੱਛਰ ਵਰਗੀ ਹੈ। ਤੇ ਮੱਛਰ ਜਿਹੜਾ ਹੈ ਉਹ ਸਾਧ ਸੰਗਤ ਦੀ ਪਹਾੜ ਦਾ ਕਿਵੇਂ ਬਰਾਬਰਤਾ ਕਰ ਸਕਦਾ ਜੀ? ਪਹਾੜ ਨਾਲ ਉਹ ਪਹਾੜ ਨਾਲ ਬਰਾਬਰਤਾ ਹੀ ਨਹੀਂ ਕਰ ਸਕਦਾ, ਪਹਾੜ ਨਹੀਂ ਚੁੱਕ ਸਕਦਾ। ਇਸੇ ਤਰ੍ਹਾਂ ਗੁਰੂ ਜੀ ਦੇ ਸਿੱਖਾਂ ਦਾ ਜੀਵਨ ਪਹਾੜ ਵਰਗਾ ਕਹਿਣ ਲੱਗੇ। ਭਾਵ ਬੜਾ ਬੜਾ ਮਹਾਨ ਜੀਵਨ ਗੁਰਸਿੱਖਾਂ ਦਾ। ਤੁਸੀਂ ਸੁਣੀ ਕਥਾ ਸੰਗਤ ਜੀ, ਸਮਾਂ ਲੱਗ ਜਾਏਗਾ ਜੇ ਮੈਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਪਰ ਵੇਖ ਲਓ, ਤੁਸੀਂ ਕਥਾ ਸੁਣੀ ਸੀ ਇੱਕ ਜੀ, ਕਿਵੇਂ ਗੁਰੂ ਦੇ ਪਿਆਰੇ ਨੇ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣੀ ਜਾਨ ਦੀ ਬਾਜੀ ਲਾਤੀ ਜੀ। ਭਲਵਾਨ ਨਾਲ ਲੜਨ ਵਾਸਤੇ ਚਲੇ ਗਿਆ। ਕਿਵੇਂ ਗੁਰੂ ਦਾ ਪਿਆਰਾ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਆਪਣੇ ਬੱਚੇ ਨੂੰ ਵੀ ਬਾਜ਼ਾਰ ਵਿੱਚ ਵੇਚਣ ਵਾਸਤੇ ਤਿਆਰ ਹੋ ਗਿਆ ਜੀ। ਕਿੰਨੇ ਮਹਾਨ ਮਹਾਨ ਸਿੱਖ ਸੀਗੇ ਜੀ। ਸਿੱਖੀ ਕਮਾਈ ਹੈ ਜੀ ਉਹਨਾਂ ਸਿੱਖਾਂ ਨੇ ਜੀ। ਸੋ ਇਸ ਕਰਕੇ ਕਹਿਣ ਲੱਗੇ ਮੇਰੀ ਮੱਤ ਬੜੀ ਛੋਟੀ ਹੈ, ਸਿੱਖਾਂ ਦੇ ਜੀਵਨ ਬੜੇ ਵੱਡੇ ਹਨ। ਹਾਂਜੀ। ਚਉਪਈ ਤਿਸਨਾ ਆਸਾ ਨਾਸੀ ਐਸੇ। ਗੁਰੂ ਸਾਹਿਬ ਜੀ ਦੇ ਕੋਲ ਜਿਹੜੇ ਸਿੱਖ ਰਹਿੰਦੇ ਆ ਨਾ, ਉਹਨਾਂ ਦੀ ਤ੍ਰਿਸ਼ਨਾ ਤੇ ਆਸਾ ਇਸ ਤਰੀਕੇ ਨਾਲ ਮਰ ਗਈ ਹੈ। ਬੇਨ ਤੇ ਹਨ ਉਰਗਨ ਜੈਸੇ। ਜਿਵੇਂ ਗਰੁੜ ਸੱਪ ਨੂੰ ਖਾ ਜਾਂਦਾ ਹੈ ਨਾ ਜੀ, ਤੇ ਸੱਪ ਨਾਸ਼ ਹੋ ਜਾਂਦਾ, ਐਵੇਂ ਉਹਨਾਂ ਸਿੱਖਾਂ ਦੇ ਅੰਦਰ ਨਾ ਤ੍ਰਿਸ਼ਨਾ ਤੇ ਨਾ ਆਸਾ ਜੀ। ਤ੍ਰਿਸ਼ਨਾ ਕੀ ਹੈ? ਹੋਰ ਮਿਲੇ ਜੀ, ਹੋਰ ਮਾਇਆ ਮਿਲੇ। ਕਿਸੇ ਚੀਜ਼ ਦੀ ਵੀ ਤ੍ਰਿਸ਼ਨਾ ਹੋ ਸਕਦੀ ਜੀ। ਹੋਰ ਮਿਲੇ, ਹੋਰ ਮਿਲੇ, ਇਹਨੂੰ ਤ੍ਰਿਸ਼ਨਾ ਕਹਿੰਦੇ ਆ। ਨਾ ਉਹਨਾਂ ਸਿੱਖਾਂ ਦੇ ਅੰਦਰ ਤ੍ਰਿਸ਼ਨਾ ਤੇ ਨਾ ਕਿਸੇ ਚੀਜ਼ ਦੀ ਆਸ ਹੈ ਜੀ। ਇੱਕ ਇੱਕ ਸਿੱਖ ਸੰਤਾਂ ਵਰਗਾ, ਸੰਤਾਂ ਵਰਗਾ। ਹਾਂਜੀ। ਕਾਮ ਕ੍ਰੋਧ ਲੋਭ ਹੰਕਾਰੂ। ਫਿਰ ਸਾਧ ਸੰਗਤ ਜੀ, ਕਾਮ ਕ੍ਰੋਧ ਲੋਭ ਤੇ ਜਿਹੜਾ ਸਾਰਿਆਂ ਤੋਂ ਵੱਡਾ ਰੋਗ ਹੈ, ਹੰਕਾਰ ਦਾ ਰੋਗ, ਹਉਮੈ ਦਾ ਰੋਗ। ਸਹਿਤ ਅਵਿਦਿਆ ਮੋਹ ਨਿਰਪਾਰੂ। ਫਿਰ ਮੋਹ ਸਮੇਤ ਇਹ ਸਾਰੇ ਜਿਹੜੇ ਰਾਜੇ ਨੇ ਪੰਜੇ ਵਿਕਾਰ, ਸਾਧ ਸੰਗਤ ਜੀ, ਇਹ ਉਹਨਾਂ ਸਿੱਖਾਂ ਦੇ ਅੰਦਰ ਨਹੀਂ ਹੈਗੇ ਜੀ। ਜਿਹੜੇ ਸਿੱਖ ਮਹਾਰਾਜ ਜੀ ਦੇ ਕੋਲ ਰਹਿੰਦੇ ਆ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਜਾਣਦੇ ਆ, ਗੁਰੂ ਨਾਨਕ ਸਾਹਿਬ ਨੇ ਉਹਨਾਂ ਤੇ ਮਿਹਰ ਕੀਤੀ, ਉਹਨਾਂ ਦੇ ਅੰਦਰੋਂ ਵਿਕਾਰ ਦੂਰ ਹੋ ਗਏ ਜੀ। ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਹਿੰਸਾ ਕੂਰ ਪਿਛਨਤਾ ਨਿੰਦਾ। ਹੁਣ ਇਹ ਵੇਖ ਲਈਏ, ਇਹ ਗੱਲਾਂ ਜ਼ੋਰ ਮੰਗਦੀਆਂ ਜੇ। ਮੈਂ ਫਿਰ ਬੇਨਤੀ ਕਰਾਂ, ਫਟਾਫਟ ਪੰਕਤੀ ਦੇ ਅਰਥ ਕਰਕੇ ਮੈਂ ਵੀ ਤੁਰਿਆ ਜਾ ਸਕਦਾ, ਪਰ ਪੁਰਾਤਨ ਸਿੱਖਾਂ ਦੇ ਵਿੱਚ ਹਿੰਸਾ ਨਹੀਂ ਹੈ। ਵਿਅਰਥ ਨਹੀਂ ਝਗੜਾ ਕਰਦੇ ਫਿਰਦੇ ਵੀ ਆਪਸ ਵਿੱਚ ਵਿਅਰਥ ਹੀ ਝਗੜਾ ਕਰੀ ਜਾਣ। ਕੂਰ ਪੁਰਾਤਨ ਸਿੱਖ ਝੂਠ ਨਹੀਂ ਬੋਲਦੇ ਜੀ। ਪਿਛਨਤਾ ਨਾਮ ਚੁਗਲੀ ਦਾ ਹੈ ਜੀ। ਇੱਕ ਦੂਜੇ ਦੀ ਚੁਗਲੀ ਕਰ ਦੇਣੀ ਜੀ। ਪੁਰਾਤਨ ਸਿੱਖ ਚੁਗਲੀ ਨਹੀਂ ਕਰਦੇ ਤੇ ਨਿੰਦਿਆ ਨਹੀਂ ਕਰਦੇ ਜੀ। ਤੇ ਮਾਫ ਕਰਿਓ, ਸਾਨੂੰ ਚਾਹੀਦਾ ਆਪਾਂ ਵੀ ਪੁਰਾਤਨ ਸਿੱਖਾਂ ਵਰਗੇ ਬਣੀਏ ਜੀ। ਕੋਸ਼ਿਸ਼ ਕਰੀਏ ਝੂਠ ਨਾ ਬੋਲਿਆ ਜਾਵੇ, ਐਵੇਂ ਕਿਸੇ ਨਾਲ ਹਿੰਸਾ ਕਰਨੀ, ਚੁਗਲੀ ਕਰਕੇ ਕਿਸੇ ਦਾ ਬਣਿਆ ਬਣਾਇਆ ਕੰਮ ਵਿਗਾੜ ਦੇਣਾ। ਹਾਂਜੀ। ਤੇ ਨਿੰਦਿਆ ਦਾ ਤੇ ਪੱਕਾ ਹੀ ਲਾਇਸੈਂਸ ਲਿਆ ਸਾਰਿਆਂ ਵੀ, ਜਿਹਦੀ ਮਰਜ਼ੀ ਕਰੀ ਚੱਲੋ, ਚਿੰਤਾ ਹੀ ਕੋਈ ਨਹੀਂ ਜੀ। ਪੁਰਾਤਨ ਸਿੱਖਾਂ ਵਿੱਚ ਇਹ ਗੱਲਾਂ ਨਹੀਂ ਸੀ ਹੈਗੀਆਂ ਜੀ। ਹਾਂਜੀ। ਸਿੱਖੀ ਮਗ ਪਿਖ ਇਨ ਕੋ ਚਿੰਦਾ। ਫਿਰ ਕਹਿੰਦੇ ਬਸ ਸਿੱਖੀ ਮਾਰਗ ਨੂੰ ਹਰ ਵਕਤ ਇਹ ਤੁਰਦੇ ਹੈ। ਸਿੱਖੀ ਮਾਰਗ ਤਾਂ ਸਮਝੋ ਇਹਨਾਂ ਨੇ ਮੰਗ ਕੇ ਲਿਆ ਮਹਾਰਾਜ ਕੋਲੋਂ ਵੀ ਮਹਾਰਾਜ ਸਾਨੂੰ ਸਿੱਖੀ ਦਾ ਮਾਰਗ ਦਿਓ।
ਹਾਂਜੀ। ਕਿ ਹਰ ਗਰਜਨ ਤੇ ਜਿਉ ਕਰੀ। ਤੇ ਕਹਿਣ ਲੱਗੇ ਜਿਵੇਂ ਸ਼ੇਰ ਗਰਜੇ ਤੇ ਸਾਧ ਸੰਗਤ ਜੀ ਹਿਰਨ ਭੱਜ ਜਾਂਦੇ ਆ, ਹਾਥੀ ਭੱਜ ਜਾਂਦੇ ਆ। ਹਾਂਜੀ। ਹੋਏ ਪੁੰਜ ਤਦ ਅਪ ਖਰ ਭਰੀ। ਹਾਥੀਆਂ ਦੀ ਢਾਰ ਹੋਵੇ ਭਾਵੇਂ ਸ਼ੇਰਾਂ ਦੇ ਗਰਜਨ ਨਾਲ ਭੱਜ ਜਾਂਦੀ ਹੈ। ਪੁਰਾਤਨ ਸਿੱਖ ਗੁਰੂ ਦੇ ਸ਼ੇਰਾਂ ਵਰਗੇ ਜੀ। ਹਾਂਜੀ। ਆ ਇੱਕੋ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 84 ਦੇ ਦਿਨ ਚੱਲ ਰਹੇ ਆ। ਜੂਨ ਦਾ ਮਹੀਨਾ ਆਰੰਭ ਹੋ ਗਿਆ ਪਿਆਰਿਓ। ਇੱਕੋ ਸਿੰਘ ਦੀ ਦਹਾੜ ਨੇ ਸਾਰੀ ਸਰਕਾਰ ਹਿਲਾ ਦਿੱਤੀ ਜੀ। ਇੰਨਾ ਕਿਰਦਾਰ ਉੱਚਾ ਸੀ ਸਿੰਘਾਂ ਦਾ। ਹਾਂਜੀ। ਗੁਰ ਪ੍ਰਤਾਪ ਪਿਖ ਕਰ ਕਲ ਕਾਲਾ। ਸੋ ਗੁਰੂ ਸਾਹਿਬ ਦਾ ਪ੍ਰਤਾਪ ਗੁਰੂ ਦੇ ਸਿੱਖਾਂ ਰਾਹੀਂ ਵਰਤਣਾ ਜੀ। ਸਾਡਾ ਜੀਵਨ ਇੰਨਾ ਮਹਾਨ ਹੋਵੇ ਕਿ ਸਾਧ ਸੰਗਤ ਜੀ ਸਿੱਖ ਦੇ ਜੀਵਨ ਵਿੱਚ ਗੁਰੂ ਵਾਲੇ ਗੁਣ ਹੋਣ ਜੀ। ਸਿੱਖ ਦੇ ਜੀਵਨ ਵਿੱਚ ਸਤਿਗੁਰੂ ਵਾਲੇ ਗੁਣ ਹੋਣ ਤੇ ਸਿੱਖ ਤਾਂ ਵੀ ਨੀਵਾਂ ਹੀ ਰਵੇ ਜੀ। ਕਵੀ ਜੀ ਲਿਖਦੇ ਆ, ਕਹਿੰਦੇ ਗੁਰੂ ਸਾਹਿਬ ਦਾ ਪ੍ਰਤਾਪ ਦੇਖ ਕੇ ਕਲਯੁਗ ਜਿਹੜਾ ਨਾ ਉਹ ਵੀ ਨਿਰਬਲ ਹੋ ਗਿਆ। ਹਾਂਜੀ। ਦੁਰਬਲ ਹੋਏ ਨਿਰਬਲ ਹੈ ਬਿਹਾਲਾ। ਕਲਯੁਗ ਦੁਰਬਲ ਹੋ ਗਿਆ, ਕਲਯੁਗ ਦਾ ਬੁਰਾ ਹਾਲ ਹੋ ਗਿਆ। ਜਿਨੇ ਸਾਰਿਆਂ ਨੂੰ ਆਪਣੇ ਅੱਗੇ ਲਾਇਆ ਨਾ, ਕਲਯੁਗ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤਾਪ ਅੱਗੇ ਝੁਕ ਗਿਆ ਜੀ, ਡਰ ਗਿਆ ਜੀ। ਹਾਂਜੀ। ਗਿਆਨ ਬਰੋਧੀ ਜੇ ਜਗ ਮਾਹੀ। ਸਭ ਹਿਨ ਕੋ ਚਿੰਤਾ ਅਵਗਾਹੀ। ਜਿੱਥੇ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤਾਪ ਦਾ ਸੰਗਤਾਂ ਨੇ ਬੜਾ ਸੁੱਖ ਮਾਣਿਆ, ਪਰ ਉੱਥੇ ਕਵੀ ਜੀ ਲਿਖਦੇ ਆ, ਕਹਿੰਦੇ ਜਿਨ੍ਹਾਂ ਨੂੰ ਗਿਆਨ ਚੰਗਾ ਨਹੀਂ ਲੱਗਦਾ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਚੰਗਾ ਨਹੀਂ ਲੱਗਦਾ, ਉਹਨਾਂ ਨੂੰ ਚਿੰਤਾ ਵੀ ਪੈ ਗਈ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵੀ ਇਹ ਕੀ ਗੱਲ ਹੈ? ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਕਿਉਂ ਵੱਧ ਰਿਹਾ ਹੈ? ਹਾਂਜੀ। ਦੋਹਰਾ ਸ਼੍ਰੀ ਨਾਨਕ ਦਰਸ਼ਨ ਉਦਦ ਭਗਤ ਤਰੰਗ ਗੰਭੀਰ। ਅੱਗੋਂ ਕਹਿੰਦੇ ਆ ਪਿਆਰਿਓ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਦਰਸ਼ਨ ਨੇ ਨਾ, ਸਮੁੰਦਰ ਵਰਗੇ ਆ, ਜਿਸ ਵਿੱਚ ਭਗਤੀ ਦੀਆਂ ਲਹਿਰਾਂ ਉੱਠਦੀਆਂ। ਜਿਵੇਂ ਸਮੁੰਦਰ 'ਚ ਪਾਣੀ ਦੀਆਂ ਲਹਿਰਾਂ ਨਾ, ਮੇਰੇ ਗੁਰੂ ਨਾਨਕ ਸਾਹਿਬ ਜੀ ਜਿਹੜਾ ਦਰਸ਼ਨ ਕਰਦਾ ਉਹਨੂੰ ਭਗਤੀ ਦੀਆਂ ਲਹਿਰਾਂ ਮਿਲਦੀਆਂ ਜੀ। ਹਾਂਜੀ। ਗਿਆਨ ਇੰਦਰ ਪ੍ਰਦ ਰਿਦ ਬਿਖੈ ਕਾਮ ਮੋਹ ਗਤ ਪੀਰ। ਤੇ ਫਿਰ ਦੱਸਦੇ ਆ, ਕਹਿੰਦੇ ਜੇ ਫਿਰ ਸਮੁੰਦਰ ਜਿਹੜਾ ਉਹਦੇ ਵਿੱਚ ਸਮੁੰਦਰ ਵਿੱਚ ਚੰਦ ਦੀ ਲਿਸ਼ਕੋਰ ਵੀ ਪੈਂਦੀ ਹੁੰਦੀ ਹੈ। ਕਹਿੰਦੇ ਲਿਸ਼ਕੋਰ ਕਾਹਦੀ ਪੈਂਦੀ ਹੈ? ਗਿਆਨ ਰੂਪੀ ਚੰਦ। ਤੇ ਅੱਗੇ ਫਿਰ ਕਹਿਣ ਲੱਗੇ ਆ, ਹੋਰ ਸੁਣੋ, ਜਿਵੇਂ ਸਮੁੰਦਰ ਦੇ ਲਾਗੇ ਠੰਡ ਪੈਂਦੀ ਹੈ ਜਾ ਕੇ, ਉਵੇਂ ਕਹਿਣ ਲੱਗੇ ਮੋਹ ਦੀ ਪੀੜ ਹੈ ਨਾ, ਜਿਹੜੀ ਧੁੱਪ ਹੈ ਜਿਹੜੀ, ਉਹ ਦੂਰ ਹੁੰਦੀ ਹੈ। ਮੋਹ ਦੀ ਤਪਸ਼ ਦੂਰ ਹੁੰਦੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ। ਭਾਵ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਸ਼ਾਂਤੀ ਮਿਲੇਗੀ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਭਗਤੀ ਮਿਲਦੀ ਹੈ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਗਿਆਨ ਦਾ ਚੰਦ ਮਿਲਦਾ ਹੈ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤਿਆਂ ਅੰਦਰੋਂ ਮੋਹ ਦੂਰ ਹੋ ਜਾਂਦਾ। ਹਾਂਜੀ। ਚੌਪਈ ਚਿੱਤ ਚਕੋਰ ਚਿਤਵਤ ਚਖ ਸਾਰੇ। ਹੁਣ ਸਾਰੇ ਸਿੱਖ ਮਹਾਰਾਜ ਗਰੀਬ ਨਵਾਜ ਜੀ ਦੇ ਕੋਲ ਬੈਠੇ ਆ ਤੇ ਚਿੱਤ ਚਕੋਰ ਵਰਗੇ ਸਾਰਿਆਂ ਦੇ ਜੀ। ਮਹਾਰਾਜ ਦੇ ਦਰਸ਼ਨ ਕਰੀ ਜਾਂਦੇ। ਕਿੰਨੇ ਭਾਗਾਂ ਵਾਲੇ ਸਿੱਖ ਹੋਣਗੇ। ਹਾਂਜੀ। ਵਿਖੈ ਮਨੋਰਥ ਕੋਕ ਦੁਆਰੇ। ਕਹਿਣ ਲੱਗੇ ਉਹਨਾਂ ਚੰਦਰਮਾ ਵਾਹਿਗੁਰੂ ਗਿਆਨ ਕਰਕੇ ਫਿਰ ਉਹਨਾਂ ਨੇ ਵਿਸ਼ੇ ਵਿਕਾਰ ਆਪਣੇ ਅੰਦਰੋਂ ਦੂਰ ਕੀਤੇ ਹੈ। ਚਕਵਾ ਜਿਹੜਾ ਹੈ ਉਹ ਵਿਸ਼ੇ ਵਿਕਾਰ ਹੈ, ਉਹ ਦੁਖੀ ਹੁੰਦਾ ਹੈ। ਹਾਂਜੀ। ਦੁੱਖ ਸੁਖ ਸਮਤਾ ਜੋ ਨਹ ਸੁਹਾਈ। ਹਾਂਜੀ। ਦਵੈਤ ਦੁਹਾਗਣ ਕੋ ਦੁਖਦਾਈ। ਕਹਿਣ ਲੱਗੇ ਦੁੱਖ ਸੁੱਖ ਉਹਨਾਂ ਵਾਸਤੇ ਚਾਂਦਨੀ ਦੇ ਬਰਾਬਰ ਹੈ। ਚਾਂਦਨੀ ਦੇ ਬਰਾਬਰ ਹੈ ਸਿੱਖਾਂ ਵਾਸਤੇ। ਸਿੱਖ ਚਕੋਰ ਵਰਗੇ ਆ ਨਾ, ਚਾਂਦਨੀ ਆਉਂਦੀ ਰਹਿੰਦੀ ਹੈ, ਚਕੋਰ ਉੱਤੇ ਕੋਈ ਅਸਰ ਨਹੀਂ। ਚਕੋਰ ਨੇ ਤੇ ਸਾਧ ਸੰਗਤ ਚੰਦ ਨਾਲ ਹੀ ਪ੍ਰੀਤ ਰੱਖਣੀ ਹੈ।
ਦੁੱਖ ਸੁੱਖ ਸਿੱਖਾਂ ਦੇ ਉੱਤੇ ਕੋਈ ਅਸਰ ਨਹੀਂ ਪਾ ਰਿਹਾ ਜੀ। ਤੇ ਦਵੈਤ ਰੂਪ ਦੁਹਾਗਣ ਨੂੰ ਇਹ ਦੁਖਦਾਈ ਹੈ ਜੀ, ਚਾਂਦਨੀ। ਹਾਂਜੀ। ਸੁਮਤ ਸੁਹਾਗਣ ਕੋ ਸੁਖਕਾਰੀ, ਹਾਂਜੀ। ਸ਼ੁਭ ਗੁਣ ਖਿਰੇ ਕੁਮਦਨੀ ਬਾਰੀ। ਚੰਗੀ ਬੁੱਧੀ ਵਾਲੀ ਜਿਹੜੀ ਸੁਹਾਗਣ ਇਸਤਰੀ ਹੁੰਦੀ ਹੈ ਉਹਦੇ ਲਈ ਇਹ ਸੁਖਦਾਈ ਹੁੰਦੀ ਹੈ। ਹਾਂਜੀ। ਇਸ ਬਿਦ ਸਤਜੁਗ ਪੁਰ ਕਰਤਾਰਾ, ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਹੈ ਕਲਯੁਗ ਦਾ ਸਮਾਂ, ਪਰ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਕਰਤਾਰਪੁਰ ਸਾਹਿਬ 'ਚ ਸਤਜੁਗ ਵਰਤ ਰਿਹਾ ਜੀ। ਹਾਂਜੀ। ਵਰਤਾਇਓ ਤਹਿ ਕਾਲ ਉਦਾਰਾ, ਮਹਾਰਾਜ ਗਰੀਬ ਨਵਾਜ ਜੀ ਨੇ ਸਤਜੁਗ ਵਰਤਾਇਆ ਜੀ ਉੱਥੇ। ਹਾਂਜੀ। ਤੇ ਤਿਸ ਨਿਸ ਗੁਰ ਜਾਗੇ ਕੀਏ ਮੱਜਨ। ਹੁਣ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਰਾਤ ਆਰਾਮ ਕੀਤਾ, ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜਾਗੇ, ਧੰਨ ਗੁਰੂ ਨਾਨਕ ਸਾਹਿਬ ਜੀ। ਹਾਂਜੀ। ਮਿਲੇ ਆਨ ਸਭ ਹੀ ਤਬ ਸੱਜਣ। ਵਾਹਿਗੁਰੂ ਤਿਸ ਨਿਸ ਉਸ ਰਾਤ ਨੂੰ ਹੀ ਮਹਾਰਾਜ ਗਰੀਬ ਨਵਾਜ ਜੀ ਨੇ ਇਸ਼ਨਾਨ ਕੀਤਾ, ਤੇ ਭਾਵ ਰਾਤ ਰਹਿੰਦੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਰੇ ਸੱਜਣ ਮਿੱਤਰ ਮਹਾਰਾਜ ਜੀ ਨੂੰ ਗੁਰੂ ਦੇ ਪਿਆਰੇ ਆ ਕੇ ਮਿਲੇ ਸਿੱਖ। ਹਾਂਜੀ। ਹੋਤ ਕੀਰਤਨ ਕੀ ਧੁਨ ਪੂਰੀ, ਆਸਾ ਜੀ ਦੀ ਵਾਰ ਦਾ ਕੀਰਤਨ ਜਿਹੜਾ ਹੈ ਉਹ ਬੜੀ ਮਧੁਰ ਧੁਨ ਵਿੱਚ ਹੋ ਰਿਹਾ ਗੁਰੂ ਜੀ ਦੇ ਦਰਬਾਰ ਵਿੱਚ। ਹਾਂਜੀ। ਭਾਉ ਸੋ ਭਗਤ ਗਿਆਨ ਕੀ ਪੂਰੀ, ਪ੍ਰੇਮਾ ਭਗਤੀ ਤੇ ਗਿਆਨ ਵਿੱਚ ਜਿਹੜਾ ਕੀਰਤਨ ਪੂਰਾ ਹੈ ਜੀ, ਉਹ ਕੀਰਤਨ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਹੋ ਰਿਹਾ। ਭਰੇ ਪ੍ਰੇਮ ਔਰ ਮੋਦ ਵਡਾਈ, ਕੇਤਕ ਸੁਨਹਿ ਕੇਤਕ ਮੁਖ ਗਾਈ। ਤੇ ਵੇਖ ਲੋ ਗੁਰੂ ਕੇ ਸਿੱਖ ਆਪਣੇ ਹਿਰਦੇ ਵਿੱਚ ਆਨੰਦ ਵਧਾ ਕੇ, ਪ੍ਰੇਮ ਵਧਾ ਕੇ ਕੀਰਤਨ ਸੁਣ ਰਹੇ ਆ, ਤੇ ਕਰਨ ਵਾਲੇ ਬੜੇ ਪ੍ਰੇਮ ਨਾਲ ਕਰ ਰਹੇ ਆ ਜੀ। ਹਾਂਜੀ। ਤਿਹ ਛਿਨ ਬੈਠੇ ਸੋਚ ਬਿਮੋਚਨ, ਸੱਚੇ ਪਾਤਸ਼ਾਹ ਗਰੀਬ ਨਵਾਜ ਸੋਚਾਂ ਨੂੰ ਦੂਰ ਕਰਨ ਵਾਲੇ ਉਸ ਸਮੇਂ ਸੰਗਤ ਦੇ ਵਿੱਚ ਬੈਠੇ ਸਨ। ਸੁਨਤਿਓ ਮੁੰਦੇ ਕਮਲ ਦਲ ਲੋਚਨ। ਮਹਾਰਾਜ ਗਰੀਬ ਨਵਾਜ ਜੀ ਨੇ ਆਪਣੇ ਦੋਵੇਂ ਨੇਤਰ ਬੰਦ ਕੀਤੇ ਹੋਏ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਰੋ ਦਰਸ਼ਨ ਮਹਾਰਾਜ ਦੇ। ਹਾਂਜੀ। ਲੱਗੀ ਸਮਾਦ ਅਖੰਡ ਸਰੂਪਾ, ਅਖੰਡ ਸਰੂਪ ਵਿੱਚ ਗੁਰੂ ਜੀ ਦੀ ਸਮਾਧੀ ਲੱਗੀ ਹੋਈ ਹੈ। ਮਹਾਰਾਜ ਦੇ ਨੇਤਰ ਬੰਦ ਨੇ, ਸਮਾਧੀ ਵਿੱਚ ਮਹਾਰਾਜ ਬੈਠੇ ਆ, ਕੀਰਤਨ ਹੋ ਰਿਹਾ, ਗੁਰੂ ਕੇ ਪ੍ਰੇਮੀ ਸੁਣ ਰਹੇ ਆ। ਹਾਂਜੀ। ਤਹਿ ਤੇ ਜਾਣੇ ਆਨੰਦ ਅਨੂਪਾ, ਸਾਧ ਸੰਗਤ ਜੀ ਪਤਾ ਲੱਗਦਾ ਹੈ ਵੀ ਮਹਾਰਾਜ ਗਰੀਬ ਨਵਾਜ ਆਨੰਦ ਵਿੱਚ ਬੈਠੇ ਆ, ਆਨੰਦ ਸਰੂਪ ਵਿੱਚ ਮਹਾਰਾਜ ਬੈਠੇ ਹੋਏ ਗੁਰੂ ਨਾਨਕ ਦੇਵ ਸਾਹਿਬ ਜੀ। ਹਾਂਜੀ। ਸਗਲੇ ਅੰਗ ਅਡੋਲ ਰਹਾਏ, ਫਿਰ ਮਹਾਰਾਜ ਦੇ ਸਰੀਰ ਦਾ ਕੋਈ ਅੰਗ ਨਹੀਂ ਹਿੱਲ ਰਿਹਾ ਜੀ, ਅਡੋਲ ਨੇ, ਡੋਲਣ ਨਹੀਂ ਦੇ ਸਰੀਰ ਦੇ ਅੰਗ। ਮਹਾਰਾਜ ਐ ਸਮਾਧੀ ਵਿੱਚ ਟਿਕੇ ਹੋਏ ਹਨ। ਚਤੁਰ ਮਹੂਰਤ ਜਬੈ ਬਿਤਾਏ, ਬੈਠਿਆਂ ਜਦੋਂ 4 ਘੜੀਆਂ, ਵਾਹਿਗੁਰੂ ਚਤੁਰ ਮਹੂਰਤ ਜਬੈ ਬਿਤਾਏ, 4 ਘੜੀਆਂ ਜਦੋਂ ਇਸ ਤਰੀਕੇ ਨਾਲ ਲੰਘ ਗਈਆਂ, ਬਿਕਸੇ ਤਬੇ ਰੁਚਰ ਜੁਗ ਲੋਚਨ। ਫਿਰ ਮਹਾਰਾਜ ਗਰੀਬ ਨਵਾਜ ਜੀ ਨੇ ਨੇਤਰ ਖੋਲੇ ਜੀ, ਨੇਤਰ ਖੋਲੇ ਮਹਾਰਾਜ ਨੇ, ਭਾਵ ਇੱਕ ਪੈਰ ਵਾਹਿਗੁਰੂ 4 ਘੜੀਆਂ ਮਹਾਰਾਜ ਜੀ ਨੇ ਨੇਤਰ ਬੰਦ ਰੱਖੇ, ਫਿਰ ਨੇਤਰ ਖੋਲੇ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਬੋਲੇ ਬਾਣੀ ਬੰਧ ਬਿਮੋਚਨ, ਤੇ ਸਭਨਾਂ ਨੂੰ ਖੁਸ਼ ਕਰਨ ਵਾਲੇ, ਜਿਨ੍ਹਾਂ ਦੇ ਬਚਨਾਂ ਵਿੱਚ ਹਮੇਸ਼ਾ ਹੀ ਖੁਸ਼ੀ ਹੁੰਦੀ ਹੈ, ਜਿਨ੍ਹਾਂ ਦੇ ਬਚਨ ਸੁਣ ਕੇ ਸਿੱਖਾਂ ਨੂੰ ਸਦਾ ਹੀ ਚਾਅ ਚੜ੍ਹ ਜਾਂਦਾ ਹੈ, ਐਸੇ ਸੱਚੇ ਪਾਤਸ਼ਾਹ ਮਹਾਰਾਜ ਸਾਰਿਆਂ ਦੇ ਵਿੱਚ ਬੋਲੇ ਹਨ। ਹਾਂਜੀ। ਆਜ ਸਮਾਵਨ ਭਇਆ ਸੁਭਾਏ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਜੀ ਦੇ ਲਾਗੇ ਲਾਗੇ ਸੰਗਤਾਂ ਬੈਠੀਆਂ, ਕਿਸੇ ਨੂੰ ਚਿੱਤ ਚੇਤਾ ਨਹੀਂ ਹੈ, ਕੀਰਤਨ ਹੋ ਰਿਹਾ, ਕੀਰਤਨ ਦੀ ਸੰਪੂਰਨਤਾ ਹੋਈ, ਨੇਤਰ ਖੋਲੇ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅੱਜ ਸਾਡੇ ਸਮਾਉਣ ਦਾ ਦਿਨ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅੱਜ ਸਾਡੇ ਸਮਾਉਣ ਦਾ ਦਿਨ ਹੈ, ਅੱਜ ਸਰੀਰ ਤਿਆਗਣਾ। ਹਾਂਜੀ। ਅਨਹੋ ਸੌਜ ਬਿਲੰਬ ਗਵਾਏ, ਬਿਨਾਂ ਕਿਸੇ ਦੇਰੀ ਤੋਂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਜੋ ਸਮਾਨ ਲੈ ਕੇ ਆਓ। ਹਾਂਜੀ। ਪੁਸ਼ਪ ਕਪੂਰ ਪਟੀਰ ਕਨੇਰਾ,
ਕੁਸ਼ਾ ਗੁਲਾਬ ਸੁਗੰਧ ਬਧੇਰਾ। ਸੰਗਤ ਜੀ ਕਿਹੜਾ ਕਿਹੜਾ ਸਮਾਨ ਲਿਆਇਆ ਜਾਂਦਾ ਸੀਗਾ? ਫੁੱਲ, ਕਪੂਰ, ਚੰਦਨ, ਖੁਸ਼ਬੂਦਾਰ ਗੁਲਾਬ, ਇਹੋ ਜਿਹੀਆਂ ਵਸਤੂਆਂ ਲਿਆਈਆਂ ਜਾਂਦੀਆਂ ਸਨ। ਹਾਂਜੀ, ਇਤਿਆਦਿਕ ਪਾਵਨ ਸਭ ਆਨਹੁ। ਮਹਾਰਾਜ ਕਹਿਣ ਲੱਗੇ ਭਾਈ ਫਿਰ ਨਾ ਆਖਿਓ ਦੱਸਿਆ ਨਹੀਂ, ਤੇ ਸਾਰਾ ਸਮਾਨ ਲੈ ਆਓ। ਹਾਂਜੀ, ਕਰਹੁ ਹਰਖ ਕਛ ਸੋਕ ਨ ਠਾਨਹੁ। ਤੇ ਮਹਾਰਾਜ ਵੇਖ ਲੋ, ਧਾਨੀ ਨੇ ਗੁਰੂ ਨਾਨਕ ਸਾਹਿਬ। ਗੁਰੂਆਂ ਦੀਆਂ ਗੱਲਾਂ ਗੁਰੂਆਂ ਨਾਲ ਹੀ ਨੇ। ਸਤਿਗੁਰੂ ਜੀ ਦੀ ਗੱਲ ਸਤਿਗੁਰੂ ਜੀ ਦੇ ਨਾਲ ਹੀ ਹੈ। ਮਹਾਰਾਜ ਕਹਿਣ ਲੱਗੇ ਪਿਆਰਿਓ, ਕਿਸੇ ਨੇ ਬੈਰਾਗ ਨਹੀਂ ਕਰਨਾ, ਖੁਸ਼ੀ ਮਨਾਓ। ਮਹਾਰਾਜ ਕਹਿਣ ਲੱਗੇ ਕਰਹੁ ਹਰਖ ਕਛ ਸ਼ੋਕ ਨ ਠਾਨਹਿ। ਮਹਾਰਾਜ ਕਹਿਣ ਲੱਗੇ ਸ਼ੋਕ ਨਹੀਂ ਕਰਨਾ, ਬੈਰਾਗ ਨਹੀਂ ਕਰਨਾ, ਖੁਸ਼ੀ ਮਨਾਓ ਸਾਰੇ। ਹਾਂਜੀ, ਸੁਨ ਅਸ ਬਚਨ ਮ੍ਰਦੁਲ ਜਗ ਗੁਰ ਕੇ। ਜਦੋਂ ਮਹਾਰਾਜ ਨੇ ਐਸੇ ਬਚਨ ਕਹੇ, ਸਾਰੀਆਂ ਸੰਗਤਾਂ ਨੇ ਮਹਾਰਾਜ ਦਾ ਬਚਨ ਸੁਣਿਆ ਜੀ। ਹਾਂਜੀ, ਸਿੱਖਣ ਕੇ ਲੋਚਨ ਜਲ ਢਰ ਕੇ। ਬਸ ਕਹਿਣ ਦੀ ਦੇਰ ਸੀ ਤੇ ਸੁਣਨ ਦੀ ਦੇਰ ਹੀ ਸੀ। ਗੁਰੂ ਦੇ ਪਿਆਰਿਆਂ ਦੇ ਨੇਤਰਾਂ 'ਚ ਉਸੇ ਵੇਲੇ ਹੀ ਜਲ ਆਇਆ ਜੀ। ਜਲ ਆ ਗਿਆ, ਸੰਗਤਾਂ ਬੈਰਾਗੀ ਹੋ ਗਈਆਂ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੀਆਂ ਬੈਠੀਆਂ। ਹਾਂਜੀ, ਸਗਰੇ ਪੁਰ ਮਹਿ ਪਰਿਓ ਸੋ ਰੌਰਾ। ਬਸ ਉਸੇ ਵੇਲੇ ਹੀ ਸਾਰੇ ਪੁਰੀ ਵਿੱਚ ਸ੍ਰੀ ਕਰਤਾਰਪੁਰ ਸਾਹਿਬ 'ਚ ਰੌਲਾ ਹੀ ਪੈ ਗਿਆ ਇਸ ਗੱਲ ਦਾ ਜੀ। ਹਾਂਜੀ, ਰੁਦਨ ਕਰਤ ਭੇ ਜਿਤ ਕਿਤ ਠੌਰਾ। ਹੁਣ ਪਿਆਰ ਵਾਲੇ ਸਨ ਜੀ। ਭਾਵੇਂ ਮਹਾਰਾਜ ਨੇ ਕਿਹਾ ਹੈ ਵੀ ਭਾਈ ਸਿੱਖੋ ਖੁਸ਼ੀ ਮਨਾਓ, ਬੈਰਾਗ ਨਹੀਂ ਕਰਨਾ, ਪਰ ਪਿਆਰ ਵਾਲਿਆਂ ਨੂੰ ਬੈਰਾਗ ਆ ਜਾਂਦਾ ਜੀ। ਕਹਿਣ ਦੀ ਲੋੜ ਨਹੀਂ ਹੁੰਦੀ ਜੀ। ਸੰਗਤ ਜੀ ਜਿਹਨੂੰ ਜਿੱਥੇ ਜਿੱਥੇ ਸੁਣਦਾ ਗਿਆ, ਬਸ ਉਹਦੇ ਨੇਤਰਾਂ 'ਚ ਜਲ ਆਉਣਾ ਸ਼ੁਰੂ ਹੋ ਗਿਆ ਜੀ। ਸਾਰੇ ਰੋਣ ਲੱਗ ਪਏ, ਬੈਰਾਗ ਕਰਨ ਲੱਗ ਪਏ। ਹਾਂਜੀ, ਅਸੂ ਬਦੀ ਸਪਤਮੀ ਬਾਸੁਰ। ਅਸੂ ਵਧੀ ਹੈ ਤੇ ਸਪਤਮੀ ਹੈ ਸਾਧ ਸੰਗਤ ਦੀ, ਰਾਤ ਸਪਤਮੀ ਦੀ। ਹਾਂਜੀ, ਤਾਹੀ ਸਮੈ ਪ੍ਰਭੂ ਜੀ ਜਗ ਗਰ। ਉਸ ਸਮੇਂ ਮਹਾਰਾਜ ਨੇ ਸਰੀਰ ਤਿਆਗਣ ਦੀ ਵਿਧੀ ਬਣਾਈ ਹੈ। ਹਾਂਜੀ, ਤਜਨ ਸਰੀਰਹਿ ਕੀ ਬਿਦ ਠਾਨੀ। ਉਸ ਸਮੇਂ ਮਹਾਰਾਜ ਨੇ ਵਿਚਾਰ ਕੀਤੀ ਸੀ ਵੀ ਅਸੂ ਵਧੀ ਸਪਤਮੀ ਨੂੰ ਸਰੀਰ ਤਿਆਗਣਾ ਹੈ। ਹਾਂਜੀ, ਪ੍ਰਗਟੀ ਬਾਤ ਗ੍ਰਾਮ ਬਹੁ ਜਾਨੀ। ਸੋ ਸੰਗਤ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਗੱਲ ਪ੍ਰਗਟ ਹੋ ਗਈ। ਗੱਲ ਤਾਂ ਉਸੇ ਵੇਲੇ ਹੀ ਬਾਹਰ ਚਲੇ ਜਾਂਦੀ ਹੈ। ਭਾਈ ਅੱਜ ਮਹਾਰਾਜ ਨੇ ਸਰੀਰ ਤਿਆਗਣਾ, ਅੱਜ ਮਹਾਰਾਜ ਨੇ ਸਰੀਰ ਤਿਆਗਣਾ। ਬੜਾ ਬੈਰਾਗ ਸੰਗਤਾਂ ਵਿੱਚ ਹੋ ਗਿਆ। ਹਾਂਜੀ, ਸੁਨ ਸੁਨ ਮਾਨਵ ਆਵਹਿ ਧਾਈ। ਬਸ ਸੁਣ ਸੁਣ ਕੇ ਉਸੇ ਵੇਲੇ ਮਨੁੱਖ ਦੌੜ ਦੌੜ ਕੇ, ਭੱਜ ਭੱਜ ਕੇ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ 'ਚ ਹਾਜ਼ਰ ਹੋਣ ਲੱਗੇ। ਹਾਂਜੀ, ਦਰਸ਼ਨ ਕਰਹਿ ਜਨਮ ਫਲ ਪਾਈ। ਭਾਈ ਦਰਸ਼ਨ ਕਰ ਲਈਏ ਸੱਚੇ ਪਾਤਸ਼ਾਹ ਦੇ, ਫਿਰ ਪਤਾ ਨਹੀਂ ਇਹ ਸਮਾਂ ਹੱਥ ਆਉਣਾ ਜਾਂ ਨਹੀਂ ਆਉਣਾ। ਹਾਂਜੀ, ਕੀਰਤਕ ਅਸ ਪਰ ਹੋਵੇ ਅਸਵਾਰਾ। ਕਈ ਤੇ ਫਿਰ ਸੰਗਤ ਜੀ ਜਿਨ੍ਹਾਂ ਕੋ ਇੰਤਜ਼ਾਰ ਹੋ ਨਹੀਂ ਸੀ ਸਕਦਾ, ਉਹ ਤੇ ਘੋੜਿਆਂ ਤੇ ਸਵਾਰ ਹੋ ਗਏ ਜੀ। ਘੋੜਿਆਂ ਤੇ ਬੈਠ ਕੇ ਤੁਰ ਪਏ। ਹਾਂਜੀ, ਆਏ ਧਵਾਏ ਬਹੀਨ ਅਵਾਰਾ। ਤੇ ਘੋੜੇ ਭਜਾ ਭਜਾ ਕੇ ਬਿਨਾਂ ਕਿਸੇ ਦੇਰੀ ਤੋਂ ਛੇਤੀ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਏ, ਬੈਰਾਗ ਕਰਦੇ। ਸੰਗਤ ਜੀ ਜੇ ਕੋਈ ਮਨ ਕਰਕੇ ਕਥਾ ਸੁਣੇ, ਕਥਾ ਸੁਣਦਿਆਂ ਸੁਣਦਿਆਂ ਮਨ ਦਾ ਮਾਹੌਲ ਐਸਾ ਬਣ ਜਾਂਦਾ ਜੀ। ਤੇ ਪ੍ਰਤੱਖ ਉਸ ਸਮੇਂ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋਣਗੇ, ਉਹਨਾਂ ਦੇ ਅੰਦਰ ਕਿੰਨਾ ਬੈਰਾਗ ਹੋਏਗਾ ਜੀ। ਹਾਂਜੀ, ਚਾਰ ਵਰਨ ਹਿੰਦੂ ਅਰ ਤੁਰਕਾ। ਚਾਰੇ ਵਰਣ ਕੀ ਹਿੰਦੂ ਕੀ ਮੁਸਲਮਾਨ, ਆਵਹਿ ਚਲੇ ਕਰਤ ਜਸ ਗੁਰ ਕਾ। ਬਸ ਸਾਰੇ ਮਹਾਰਾਜ ਦਾ ਜਸ ਕਰਦੇ ਹੋਏ ਆ ਗਏ। ਭਾਈ ਅਜੇ ਤੇ ਸਾਡੇ ਦਰਸ਼ਨ ਕਰ ਕਰਕੇ ਸਾਡਾ ਤਾਂ ਜੇ ਮਨ ਹੀ ਨਹੀਂ ਭਰਿਆ ਮਹਾਰਾਜ ਦੇ ਦਰਸ਼ਨ ਕਰ ਕਰਕੇ, ਅਜੇ ਤੇ ਹੋਰ ਦਰਸ਼ਨ ਕਰਨੇ ਸਨ। ਬਸ ਇਹੋ ਜਿਹਾ ਜਸ ਕਰਦੇ ਕਰਦੇ ਸਾਰੇ ਬੈਰਾਗੀ ਹੋਏ ਪਹੁੰਚ ਰਹੇ ਮਹਾਰਾਜ ਦੇ ਕੋਲ। ਹਾਂਜੀ, ਧਾਏ ਧਾਏ ਪਹੁੰਚੈ ਨਰ ਨਾਰੀ। ਫਿਰ ਇਸਤਰੀਆਂ ਵੀ ਭੱਜ ਭੱਜ ਕੇ ਆਈਆਂ ਜੀ, ਬੀਬੀਆਂ ਵੀ ਦਰਸ਼ਨ ਕਰਨ ਲਈ ਭੱਜ ਭੱਜ ਕੇ ਆ ਰਹੀਆਂ। ਪੁਰਸ਼ ਜਿੱਥੇ ਆ ਰਹੇ ਉੱਥੇ ਬੀਬੀਆਂ ਵੀ ਭੱਜ ਭੱਜ ਕੇ ਦਰਸ਼ਨ ਕਰਨ ਆ ਰਹੀਆਂ। ਹਾਂਜੀ, ਕਹੈ ਦਰਸ ਤੇ ਰਹਿ ਨਾ ਪਿਛਾਰੀ। ਕਹੈ ਦਰਸ ਤੇ ਰਹਿ ਨਾ ਪਿਛਾਰੀ। ਕਹਿਣ ਲੱਗੇ ਭਾਈ ਕਿਤੇ ਅਸੀਂ ਦਰਸ਼ਨਾਂ ਤੋਂ ਵਾਂਝੇ ਨਾ ਰਹਿ ਜਾਈਏ।
ਅਸੀਂ ਮਹਾਰਾਜ ਦੇ ਦਰਸ਼ਨਾਂ ਤੋਂ ਪਿੱਛੇ ਨਾ ਰਹਿ ਜਾਈਏ ਕਿਤੇ। ਹਾਂਜੀ, ਦੁਰਲਭ ਦਰਸ਼ਨ ਹੋਵੇ ਇੱਕ ਬਾਰ। ਹੁਣ ਦਰਸ਼ਨ ਹੋਣੇ ਆ, ਮੁੜ ਪਤਾ ਨਹੀਂ ਸਰੀਰ ਦੇ ਦਰਸ਼ਨ ਹੋਣੇ ਕਿ ਨਹੀਂ। ਇਸ ਕਰਕੇ ਬੜੇ ਦੁਰਲਭ ਦਰਸ਼ਨ ਹਨ ਸੱਚੇ ਪਾਤਸ਼ਾਹ ਜੀ ਦੇ। ਹਾਂਜੀ, ਜਿਹ ਦਰਸ ਅਗ ਮਿਟੈ ਅਪਾਰਾ। ਗੁਰੂ ਕੇ ਸਿੱਖਾਂ ਨੂੰ ਪਤਾ, ਵੇਖ ਲੋ ਸਿੱਖਾਂ ਵਿੱਚ ਕਿੰਨੀ ਭਾਵਨਾ। ਕਹਿੰਦੇ ਭਾਈ ਮਹਾਰਾਜ ਦੇ ਦਰਸ਼ਨ ਕਰ ਲਈਏ, ਸਤਿਗੁਰੂ ਦੇ ਦਰਸ਼ਨ ਕੀਤਿਆਂ ਤੇ ਪਾਪ ਦੂਰ ਹੁੰਦੇ ਆ, ਪਾਪ ਦੂਰ ਹੋ ਜਾਂਦੇ ਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਜਹਾਂ ਜਹਾਂ ਲਗ ਸੁਧ ਤਬ ਹੋਈ। ਬਸ ਜਿੱਥੇ ਜਿੱਥੇ ਖਬਰ ਪਹੁੰਚਦੀ ਗਈ ਵੀ ਅੱਜ ਮਹਾਰਾਜ ਨੇ ਸਰੀਰ ਤਿਆਗਣਾ, ਜਿੱਥੋਂ ਜਿੱਥੋਂ ਤੱਕ ਇਹ ਖਬਰ ਪਹੁੰਚੀ ਹੈ, ਆਜ ਵਿਸਾਰ ਚੱਲੇ ਸਭ ਕੋਈ। ਕਾਜ ਵਿਸਾਰ ਚੱਲੇ ਸਭ ਕੋਈ। ਸਾਰਿਆਂ ਨੇ ਆਪਣੇ ਕੰਮ ਹੀ ਭੁਲਾ ਦਿੱਤੇ ਜੀ। ਕੰਮ ਚੇਤੇ ਰਹਿੰਦਾ ਜੀ, ਜਦੋਂ ਇਹੋ ਜਿਹਾ ਸਮਾਂ ਬਣੇ ਕੰਮ ਚੇਤੇ ਰਹਿੰਦਾ ਜੀ। ਕੋਈ ਕੰਮ ਚੇਤੇ ਨਹੀਂ ਚ ਰਹਿੰਦਾ। ਸਾਰਿਆਂ ਨੇ ਕੰਮ ਭੁਲਾ ਦਿੱਤੇ, ਭੱਜ ਭੱਜ ਕੇ ਆਏ ਮਹਾਰਾਜ ਦੇ ਚਰਨਾਂ ਵਿੱਚ, ਸਾਰੇ ਤੁਰ ਪਏ। ਦੋਹਰਾ ਬ੍ਰਹਮਚਾਰੀ ਜੋਗੀ ਜਤੀ ਤਪੀ ਬਖਾਨਸ ਕੋਏ। ਭਾਵੇਂ ਕੋਈ ਬ੍ਰਹਮਚਾਰੀ ਹੈ, ਜੋਗੀ ਹੈ, ਤਪੀ ਹੈ, ਜਤੀ ਹੈ, ਬਾਨਪ੍ਰਸਤ ਹੈ। ਹਾਂਜੀ, ਜਿਹ ਸੁਧ ਪਾਈ ਜਬਹਿ ਧਾਵਤ ਆਵਤ ਸੋਏ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਨੂੰ ਪਿਆਰ ਹੀ ਇੰਨਾ ਦਿੱਤਾ ਜੀ। ਜਿਹਨੂੰ ਜਿਹਨੂੰ ਖਬਰ ਮਿਲਦੀ ਗਈ ਨਾ ਜੀ, ਬਸ ਉਹ ਭੱਜ ਭੱਜ ਕੇ ਮਹਾਰਾਜ ਦੇ ਚਰਨਾਂ 'ਚ ਆ ਰਿਹਾ ਜੀ, ਭੱਜੇ ਆ ਰਹੇ ਸਾਰੇ। ਹਾਂਜੀ, ਚੌਪਈ ਧਰਮਸਾਲ ਬੈਠੇ ਗੁਰ ਪੂਰਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਧਰਮਸ਼ਾਲਾ ਦੇ ਵਿੱਚ ਬੈਠੇ ਐ। ਵੇਖ ਲੋ ਦੱਸ ਕੇ ਜਾ ਰਹੇ ਮਹਾਰਾਜ, ਭਾਈ ਆ ਜਾਓ ਜਿੰਨੇ ਮਿਲਣਾ, ਫਿਰ ਨਾ ਆਖਿਓ। ਹਾਂਜੀ, ਭਾਵ ਜੋ ਆਮ ਕੋ ਨਾਮ ਸੋ ਚੂਰਨ। ਕਹਿੰਦੇ ਜਿਨ੍ਹਾਂ ਦਾ ਨਾਮ ਲਿਆ ਹੀ ਸੰਸਾਰਕ ਰੋਗ ਦੂਰ ਹੋ ਜਾਂਦੇ ਆ, ਚੂਰਨ ਵਾਂਗੂ ਹੋ ਜਾਂਦੇ ਆ। ਐਸੇ ਸੱਚੇ ਪਾਤਸ਼ਾਹ ਧਰਮਸ਼ਾਲਾ ਦੇ ਵਿੱਚ ਬੈਠੇ ਹੋਏ ਹਨ। ਭਈ ਆਨ ਕਰ ਭੀਰ ਅਪਾਰ ਹੈ। ਬਸ ਸੰਗਤਾਂ ਇੰਨੀਆਂ ਕੁ ਆ ਗਈਆਂ, ਧਰਮਸ਼ਾਲਾ ਵਿੱਚ ਭੀੜ ਲੱਗ ਗਈ ਜੀ। ਹਾਂਜੀ, ਧੰਨ ਧੰਨ ਸਭ ਬੈਨ ਉਚਾਰ ਹੈ। ਤੇ ਸਾਰੇ ਮਹਾਰਾਜ ਨੂੰ ਧੰਨ ਧੰਨ ਆ ਕੇ ਕਹਿ ਰਹੇ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਸਾਰੇ ਮਹਾਰਾਜ ਨੂੰ ਧੰਨ ਧੰਨ ਕਹਿ ਰਹੇ। ਤੁਸੀਂ ਵੀ ਕਹਿ ਲਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਹਾਂਜੀ, ਗੁਰ ਆਨਨ ਆਰੁਨਤਾ ਆਈ। ਬਸ ਗੁਰੂ ਸਾਹਿਬ ਦਾ ਚਿਹਰਾ ਐ ਲਾਲ ਹੈ ਜੀ। ਕੋਈ ਸਾਧ ਸੰਗਤ ਜੀ ਚਿਹਰੇ ਤੇ ਘਬਰਾਹਟ ਨਹੀਂ, ਸਤਿਗੁਰੂ ਹੈ ਆਪ, ਪਰਮੇਸ਼ਰ ਨੇ, ਵਾਹਿਗੁਰੂ ਦਾ ਰੂਪ ਨੇ। ਮਹਾਰਾਜ ਦਾ ਚਿਹਰਾ ਐ ਲਾਲ ਸੁਰਖਰੂ ਜੀ। ਹਾਂਜੀ, ਜਿਉ ਅਰਣੋਦਯ ਰੁਚਰ ਸੁਹਾਈ। ਜਿਵੇਂ ਸੰਗਤ ਦੀ ਸੂਰਜ ਚੜ੍ਹਨ ਦੇ ਸਮੇਂ ਲਾਲੀ ਆਉਂਦੀ ਨਾ, ਬੜੀ ਸੋਹਣੀ ਸੂਰਜ ਲਾਲ ਹੋ ਜਾਂਦਾ, ਇਸੇ ਤਰ੍ਹਾਂ ਮਹਾਰਾਜ ਜੀ ਦਾ ਮੁੱਖ ਮੰਡਲ ਲਾਲ ਲਾਲੀਆਂ ਪਾਸ ਰਹੀਆਂ ਜੀ। ਹਾਂਜੀ, ਸਿੱਖ ਸੇਵਕ ਚੌਹ ਦਿਸ ਪਰਵਾਰ। ਬਸ ਸਿੱਖ ਸੇਵਕ ਚਾਰੇ ਪਾਸੇ ਮਹਾਰਾਜ ਜੀ ਦੇ ਖੜੇ ਜੀ। ਹਾਂਜੀ, ਬਦਨ ਕਮਲ ਜਿਨ ਕੇਨ ਆਧਾਰਾ। ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ, ਕਮਲਾਂ ਦਾ, ਸਤਿਗੁਰੂ ਜੀ ਦੇ ਪਵਿੱਤਰ ਦਰਸ਼ਨਾਂ ਦਾ ਜਿਨ੍ਹਾਂ ਨੂੰ ਆਸਰਾ ਜੀ, ਉਹ ਤੇ ਸਾਰੇ ਸਿੱਖ ਮਹਾਰਾਜ ਜੀ ਦੇ ਆਲੇ ਦੁਆਲੇ ਆ ਕੇ ਬੈਠ ਗਏ। ਹਾਂਜੀ, ਬੇਮੁਖਤਾ ਰਜਨੀ ਜਹ ਨਾਸ਼ੀ। ਛਪੰਗੇ ਉਡਗਨ ਕਲਮਲ ਰਾਸੀ। ਹਾਂਜੀ, ਇਸ ਬਿਦ ਵਹਿਰ ਨਰਨ ਕੀ ਕਥਾ। ਤਬ ਸੁਣੀਏ ਘਰ ਕੀ ਭੀ ਜਥਾ। ਬਸ ਇਸੇ ਤਰ੍ਹਾਂ ਸੰਗਤਾਂ ਆ ਕੇ ਭੱਜ ਭੱਜ ਕੇ ਮਹਾਰਾਜ ਦੇ ਦਰਸ਼ਨ ਕਰਨ ਦਈਆਂ। ਹੁਣ ਅੰਦਰ ਸੁਣੋ ਮਹਾਰਾਜ ਦੇ ਲਾਗੇ ਕੀ ਹੋ ਰਿਹਾ ਜੀ। ਹਾਂਜੀ, ਦੋਹਰਾ ਬੈਠੇ ਪ੍ਰਭੂ ਬਿਰਾਜਹੀਂ ਜਿਉ ਰਸ ਸ਼ਾਂਤ ਸਧੀਰ। ਬਸ ਇੱਕ ਰਸ ਸ਼ਾਂਤ ਸਰੀਰ ਮਹਾਰਾਜ ਦਾ। ਮਹਾਰਾਜ ਗਰੀਬ ਨਵਾਜ ਬੈਠੇ ਆ, ਚਿਹਰੇ ਤੇ ਥੋੜੀ ਥੋੜੀ ਮੁਸਕਰਾਹਟ ਹੈ ਸੱਚੇ ਪਾਤਸ਼ਾਹ ਜੀ ਦੇ। ਹਾਂਜੀ, ਸਿੱਖ ਸੇਵਕ ਕਰੁਣਾ ਮਨੋ ਧਾਰੇ ਪੁੰਜ ਸਰੀਰ। ਸਾਰੇ ਸਿੱਖ ਬੜੇ ਵੈਰਾਗਮਈ ਹਨ। ਮਹਾਰਾਜ ਜੀ ਦੇ ਚਿਹਰੇ ਤੇ ਮੁਸਕਰਾਹਟ ਤੇ ਪਿਆਰਿਓ ਸਿੱਖਾਂ ਦੇ ਚਿਹਰੇ ਉਤਰੇ ਹੋਏ ਆ ਜੀ।
ਉਤਰੇ ਹੋਏ ਹੈ ਤੇ ਮਹਾਰਾਜ ਜੀ ਦੇ ਲਾਗੇ ਖਲੋਤੇ ਹੈ। ਹਾਂਜੀ। ਚੌਪਈ ਕਿਰਪਾ ਨਿਧਾਨ ਕਹਿਓ ਤੇ ਕਾਲੇ। ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਮੁਖਾਰ ਬਿੰਦ ਤੋਂ ਬਚਨ ਕੀਤਾ ਮਹਾਰਾਜ ਨੇ। ਹਾਂਜੀ। ਉਠੋ ਸਧਾਰਨ ਜਾਏ ਉਤਾਲੇ। ਮਹਾਰਾਜ ਕਹਿਣ ਲੱਗੇ ਭਾਈ ਸਧਾਰਨ ਜੀ ਜਾਓ ਤੇ ਉਸ ਪਾਸੇ ਜਾਓ। ਹਾਂਜੀ। ਸ੍ਰੀ ਚੰਦ ਅਰ ਲਖਮੀ ਦਾਸ ਤਾਹੇ ਹਕਾਰ ਆਨੀਏ ਪਾਸ। ਸ੍ਰੀ ਚੰਦ ਤੇ ਲਖਮੀ ਦਾਸ ਜੀ ਨੂੰ ਸੱਦ ਲਿਆਓ ਮਹਾਰਾਜ ਕਹਿਣ ਲੱਗੇ। ਹਾਂਜੀ। ਸੁਨਤ ਰਜਾਏ ਸਧਾਰਨ ਗਇਓ। ਭਾਈ ਸਧਾਰਨ ਜੀ ਆਗਿਆ ਪਾ ਕੇ ਉਸੇ ਵੇਲੇ ਉਸ ਪਾਸੇ ਗਏ ਜਿੱਥੇ ਬਾਬਾ ਸ੍ਰੀ ਚੰਦ ਜੀ ਆਪਣੀ ਸਮਾਧੀ 'ਚ ਬੈਠੇ ਹੈ ਤੇ ਬਾਬਾ ਲਖਮੀ ਦਾਸ ਜੀ ਜਿੱਥੇ ਬੈਠੇ ਘਰ ਵਿੱਚ। ਹਾਂਜੀ। ਗੁਰੂ ਸੁਤਨ ਆਗੇ ਤ੍ਰਿਸ਼ਟਿਓ। ਹਾਂਜੀ। ਹਾਥ ਬੰਦ ਕਹਿ ਗਿਰਾ ਉਚਾਰੀ। ਭਾਈ ਸਧਾਰਨ ਜੀ ਨੇ ਬਾਬਾ ਸ੍ਰੀ ਚੰਦਰ ਜੀ ਅੱਗੇ ਵੀ ਬੇਨਤੀ ਕੀਤੀ ਹੈ, ਬਾਬਾ ਲਖਮੀ ਦਾਸ ਜੀ ਅੱਗੇ ਵੀ ਕੀਤੀ, ਹੱਥ ਜੋੜ ਕੇ। ਹਾਂਜੀ। ਸ਼੍ਰੀ ਪ੍ਰਭ ਕੀ ਭੀ ਆਜ ਤਿਆਰੀ। ਬਾਬਾ ਜੀ ਅੱਜ ਮਹਾਰਾਜ ਦੀ ਤਿਆਰੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚੱਲਣ ਦਾ, ਸਰੀਰ ਤਿਆਗਣ ਦਾ ਫੁਰਨਾ ਬਣਾਇਆ। ਹਾਂਜੀ। ਤੁਮਕੋ ਆਪਣੇ ਨਿਕਟ ਹਕਾਰ। ਤੇ ਮਹਾਰਾਜ ਗਰੀਬ ਨਵਾਜ ਆਪ ਜੀ ਨੂੰ ਆਪਣੇ ਕੋਲ ਸੱਦ ਰਹੇ, ਆਪਣੇ ਪਾਸ ਸੱਦ ਰਹੇ ਹੈ। ਹਾਂਜੀ। ਚਲਹੋ ਹਦੂਰ ਨਾ ਕਰੋ ਅਵਾਰਾ। ਦੇਰ ਨਾ ਲਾਓ ਤੇ ਮਹਾਰਾਜ ਦੀ ਹਜ਼ੂਰੀ 'ਚ ਚੱਲੋ। ਬਹੁਤ ਸੰਗਤਾਂ ਆਈਆਂ ਮਹਾਰਾਜ ਦੇ ਕੋਲ। ਹਾਂਜੀ। ਗਿਰਾ ਸਧਾਰਨ ਜਲ ਕੀ ਨਿਆਈ। ਮੈਂ ਨ ਸਮਾਨ ਨ ਤਿਨਹਿ ਛੁਆਈ। ਪਰ ਬਾਬਾ ਸ੍ਰੀ ਚੰਦਰ ਜੀ ਤੇ ਬਾਬਾ ਲਖਮੀ ਦਾਸ ਜੀ ਉਹਨਾਂ ਮਨ ਵਿੱਚ ਪਤਾ ਕੀ ਵਿਚਾਰ ਕੀਤੀ ਵੀ ਇਹ ਮਹਾਰਾਜ ਦੀ ਕੋਈ ਲੀਲਾ ਹੀ ਹੈ, ਸਰੀਰ ਨਹੀਂ ਮਹਾਰਾਜ ਨੇ ਤਿਆਗਣਾ, ਇਹ ਤੇ ਕੋਈ ਲੀਲਾ ਹੀ ਹੈ ਸੱਚੇ ਪਾਤਸ਼ਾਹ ਜੀ ਦੀ। ਤੇ ਜਿਵੇਂ ਮੋਮ ਦੇ ਉੱਤੇ ਪਾਣੀ ਐ ਤਿਲਕ ਕੇ ਹੇਠਾਂ ਹੋ ਜਾਂਦਾ ਨਾ ਜੀ, ਉਵੇਂ ਇਹਨਾਂ ਦੇ ਮਨ ਤੇ ਬਾਬਾ ਸਧਾਰਨ ਜੀ ਦਾ ਬਚਨ ਦਾ ਅਸਰ ਹੀ ਕੋਈ ਨਹੀਂ ਹੋਇਆ ਜੀ। ਹਾਂਜੀ। ਹਿਰਦੇ ਅਸ਼ਰਦਾ ਜਿਨ ਕੇ ਭਾਰੀ। ਮਨ ਵਿੱਚ ਉਹਨਾਂ ਸ਼ਰਧਾ ਨਾਲ ਲੈ ਕੇ ਆਂਦੀ ਵੀ ਇਹ ਗੱਲ ਸੱਚੀ ਹੈ। ਹਾਂਜੀ। ਇਸ ਪ੍ਰਕਾਰ ਮੁਖ ਗਿਰਾ ਉਚਾਰੀ। ਉਹ ਆਪਣੇ ਮੁਖ ਤੋਂ ਇਸ ਤਰੀਕੇ ਨਾਲ ਬੋਲੇ ਜੀ। ਹਾਂਜੀ। ਕੈਸੇ ਹੋਤ ਅਚਾਨਕ ਐਸੇ। ਕਹਿਣ ਲੱਗੇ ਮਹਾਰਾਜ ਦੀ ਲੀਲਾ ਕੋਈ ਅਚਾਨਕ ਕਿਵੇਂ ਸਰੀਰ ਤਿਆਗਣ ਦਾ ਫੁਰਨਾ ਬਣਾ ਲਿਆ। ਸੰਗਤ ਜੀ ਉਹਨਾਂ ਸਮਿਆਂ ਵਿੱਚ 100 ਸਾਲ ਤੋਂ ਵੱਧ ਬੰਦੇ ਦੀ ਉਮਰ ਹੁੰਦੀ ਸੀਗੀ ਜੀ, ਤੇ ਅਜੇ ਮਹਾਰਾਜ ਜੀ ਦੀ ਉਮਰ ਤੇ ਕੋਈ ਜ਼ਿਆਦਾ ਹੀ ਨਹੀਂ ਹੈਗੀ ਜੀ। ਹਾਂਜੀ। ਸੁਖ ਆਨੰਦ ਮੈਂ ਬੈਸੇ ਜੈਸੇ। ਕਿਹਾ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਜੀ ਕਹਿਣ ਲੱਗੇ ਵੀ ਬੜੇ ਸੁੱਖ ਨਾਲ ਆਨੰਦ ਨਾਲ ਮਹਾਰਾਜ ਬੈਠਦੇ ਸੰਗਤ ਵਿੱਚ, ਇੱਕਦਮ ਸਰੀਰ ਛੱਡਣ ਦਾ ਫੁਰਨਾ ਕਿਵੇਂ ਬਣਾ ਲਿਆ। ਹਾਂਜੀ। ਹਮਕੋ ਆਵਤ ਨਹਿ ਪ੍ਰਤੀਤੰ। ਕਹਿੰਦੇ ਸਾਨੂੰ ਨਹੀਂ ਯਕੀਨ ਹੈਗਾ, ਅਸੀਂ ਨਹੀਂ ਆਉਣਾ। ਹਾਂਜੀ। ਗਿਆਨ ਪ੍ਰਸੂਨ ਗੰਧ ਤਹਿਰੀਤੰ। ਕਹਿਣ ਲੱਗੇ ਜਿਵੇਂ ਆਕਾਸ਼ ਦੇ ਫੁੱਲਾਂ ਦੀ ਕੋਈ ਸੁਗੰਧੀ ਨਹੀਂ ਹੁੰਦੀ, ਇਸੇ ਤਰ੍ਹਾਂ ਸਾਨੂੰ ਤੁਹਾਡੀ ਗੱਲ ਦਾ ਭਰੋਸਾ ਨਹੀਂ, ਮਹਾਰਾਜ ਨੂੰ ਕੁਝ ਨਹੀਂ ਹੋਇਆ, ਮਹਾਰਾਜ ਨੇ ਨਹੀਂ ਇਹਦੇ ਸਰੀਰ ਤਿਆਗਣਾ। ਹਾਂਜੀ। ਸੁਨਤਿਓ ਤਬੈ ਸਧਾਰਨ ਆਇਓ। ਮਤਲਬ ਨਾ ਕਰ ਦਿੱਤੀ ਜੀ। ਉਧਰ ਸੰਗਤਾਂ ਬੈਰਾਗੀ ਹੋਈਆਂ, ਸੁਣ ਕੇ ਬਾਬਾ ਸਧਾਰਨ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਏ ਜੀ। ਹਾਂਜੀ। ਜਿਉ ਤਿਨ ਕਹਿਓ ਸੋ ਗੁਰੂ ਸੁਨਾਇਓ। ਜਿਵੇਂ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਨੇ ਕਿਹਾ, ਆ ਕੇ ਉਸੇ ਤਰ੍ਹਾਂ ਗੁਰੂ ਸਾਹਿਬ ਨੂੰ ਦੱਸਿਆ। ਮਹਾਰਾਜ ਉਹ ਨਹੀਂ ਆਉਂਦੇ। ਹਾਂਜੀ। ਸੇਵਕ ਸਿੱਖ ਬਿਲੋਚਨ ਬਾਰੀ। ਉਧਰ ਸਿੱਖ ਸੇਵਕ ਨੇਤਰਾਂ ਵਿੱਚ ਜਲ ਹੈ ਔਰ ਲਗਾਤਾਰ ਵਹਿ ਰਿਹਾ ਜੀ, ਲਗਾਤਾਰ। ਹਾਂਜੀ। ਬਹਿਓ ਜਾਤ ਪ੍ਰਭੂ ਦਰਸ ਨਿਹਾਰੀ। ਮਹਾਰਾਜ ਦੇ ਦਰਸ਼ਨ ਕਰਨ ਤੇ ਸਿੱਖ ਰੋਣ, ਸਿੱਖ ਬਿਰਾਗ ਕਰਨ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੀਰ ਤਿਆਗ ਦੇਣਾ, ਅਸੀਂ ਕਿਹਦੇ ਦਰਸ਼ਨ ਕਰਿਆ ਕਰਾਂਗੇ। ਹਾਂਜੀ। ਧੁਨ ਸੋ ਕੀਰਤਨ ਕੀ ਤਿਹ ਕਾਲਾ। ਮਹਾਰਾਜ ਕਹਿੰਦੇ ਰੋਣਾ ਨਹੀਂ ਭਾਈ, ਕੀਰਤਨ ਕਰੋ। ਕੀਰਤਨ ਦੀ ਧੁਨ ਸ਼ੁਰੂ ਹੋ ਗਈ ਜੀ। ਹਾਂਜੀ। ਸੁਨ ਪਵ ਦਰਵਤ ਕਠੋਰ ਬਿਸਾਲਾ। ਪਰ ਸੰਗਤ ਜੀ ਕੀਰਤਨ ਸੁਣ ਸੁਣ ਸਿੱਖ ਹੋਰ ਬੈਰਾਗੀ ਹੋਈ ਜਾਣ ਜੀ। ਤੇ ਕਹਿਣ ਲੱਗੇ ਕੀਰਤਨ ਕਰਨ ਵਾਲੇ ਕੀਰਤਨੀਏ ਇੰਨੇ ਸਿਆਣੇ ਸਨ, ਪੱਥਰ ਦਿਲ ਵੀ ਜਿਹੜੇ ਉਹ ਵੀ ਪਿਘਲ ਜਾਂਦੇ ਸੀ ਕੀਰਤਨ ਸੁਣ ਕੇ ਜੀ। ਹਾਂਜੀ। ਦੋਹਰਾ ਤਬੈ ਸਥਲ ਲਿਪਵਾਇ ਕੈ ਬਹੁਰੋ ਕੁਸ਼ਾ ਡਸਾਏ। ਫਿਰ ਮਹਾਰਾਜ ਨੇ ਉਸ ਧਰਤੀ ਨੂੰ ਸਾਫ਼ ਕਰਵਾਇਆ, ਆਸਣ ਲਵਾਇਆ ਜੀ।
ਹਾਂਜੀ। ਜੈ ਜੈਕਾਰ ਚੁਫੇਰ ਹੋਵੈ ਕਹੈ ਧਨ ਧਨ ਬਿਸਮਾਏ। ਸੰਗਤਾਂ ਹੈਰਾਨ ਸਨ ਵੀ ਇੰਜ ਸਾਡੇ ਨਾਲ ਗੱਲਾਂ ਕਰਨ ਦੇ ਕਿਵੇਂ ਸਰੀਰ ਤਿਆਗਣਗੇ, ਪਰ ਸੰਗਤਾਂ ਹੱਥ ਜੋੜ ਜੋੜ ਕੇ ਜੈ ਜੈਕਾਰ ਕਰ ਰਹੀਆਂ ਹਨ, ਜੈ ਜੈਕਾਰ ਕਰ ਰਹੀਆਂ ਹਨ। ਮਹਾਰਾਜ ਤੁਸੀਂ ਧੰਨ ਹੋ ਸੱਚੇ ਪਾਤਸ਼ਾਹ, ਮਹਾਰਾਜ ਆਪ ਜੀ ਦੀ ਜੈ ਹੋਵੇ। ਹਾਂਜੀ। ਚਉਪਈ ਗਈ ਸੁਲਖਣੀ ਟਿਗ ਸੁਧ ਸੋਊ। ਹਾਂਜੀ। ਬਚਨ ਨਾ ਮਾਨਿਓ ਪੁੱਤਰਨ ਦੋਊ। ਹਾਂਜੀ। ਨਿਸਕੇ ਲਗੇ ਸਮਾਵਨ ਸਾਈ ਤਾਏ ਲੈ ਪਾਏ ਕੁਸ਼ਾ ਬਿਸ਼ਵਾਈ। ਸਾਰਾ ਦਿਨ ਲੰਘ ਗਿਆ, ਸਾਰੀ ਦਿਹਾੜੀ ਸੰਗਤਾਂ ਆਉਂਦੀਆਂ ਰਹੀਆਂ ਤੇ ਰਾਤ ਦਾ ਸਮਾਂ ਜੀ। ਉਹ ਮਾਤਾ ਸੁਲੱਖਣੀ ਜੀ ਵੀ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਸਨ। ਮਾਤਾ ਜੀ ਨੂੰ ਇਹ ਵੀ ਪਤਾ ਲੱਗਾ ਵੀ ਮੇਰੇ ਪੁੱਤਰਾਂ ਨੇ ਆਉਣ ਤੋਂ ਨਾ ਕਰ ਦਿੱਤੀ ਹੈ, ਮੇਰੇ ਪੁੱਤਰਾਂ ਨੇ ਆਉਣ ਤੋਂ ਨਾ ਕਰ ਦਿੱਤੀ ਹੈ। ਹਾਂਜੀ। ਪੀਰ ਬਲੋਕਤ ਬਿਸਮੈ ਹੋਈ ਬਾਰ ਬਲੋਚਨ ਭਰ ਕਰ ਰੋਈ। ਜਿੱਥੇ ਸੰਗਤਾਂ ਬੈਰਾਗ ਬੜਾ ਕਰਨ ਦਈਆਂ ਉੱਥੇ ਮਾਤਾ ਜੀ ਵੀ ਬੜਾ ਬੈਰਾਗ ਕਰਨ ਦਏ ਜੀ। ਧੰਨ ਮਾਤਾ ਸੁਲੱਖਣੀ ਜੀ ਵੀ ਮਹਾਰਾਜ ਨੇ ਸਰੀਰ ਦਾ ਓਹਲਾ ਕਰ ਦੇਣਾ। ਹਾਂਜੀ। ਸਰਦਾ ਉਪਜੀ ਹਿਰਦੇ ਬਿਸਾਲਾ ਮਸਤਕ ਟੇਕਨ ਕੀਏ ਤਿਹ ਕਾਲਾ। ਮਾਤਾ ਸੁਲੱਖਣੀ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਪਰਥਾਏ ਬਹੁਤੀ ਸ਼ਰਧਾ ਦੇ ਨਾਲ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ। ਆਪਾਂ ਵੀ ਸ਼ਰਧਾ ਨਾਲ ਮੱਥਾ ਟੇਕੀਏ, ਉਸ ਮਾਹੌਲ 'ਚ ਚੱਲੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਸ਼੍ਰੀ ਗੁਰ ਅਵਲੋਕਤ ਜਬ ਆਈ। ਮਹਾਰਾਜ ਨੇ ਵੇਖਿਆ ਹੁਣ ਸੁਲੱਖਣੀ ਜੀ ਅੱਗੇ ਆ ਕੇ ਮੱਥਾ ਟੇਕ ਰਹੇ ਆ। ਮਹਾਰਾਜ ਉਸ ਆਸਣ ਤੇ ਸੱਜ ਚੁੱਕੇ ਜਿੱਥੇ ਸਰੀਰ ਤਿਆਗਣ ਦਾ ਫੁਰਨਾ ਜੀ। ਹਾਂਜੀ। ਬੋਲੇ ਗਿਰਾ ਸਰਲ ਸੁਖਦਾਈ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨਾ ਮਾਤਾ ਸੁਲੱਖਣੀ ਜੀ ਨੂੰ ਬੈਰਾਗ ਕਰਦਿਆਂ ਵੇਖਿਆ। ਸੱਚੇ ਪਾਤਸ਼ਾਹ ਮਾਤਾ ਜੀ ਨੂੰ ਕਹਿਣ ਲੱਗੇ, ਸੁਖ ਦੇਣ ਵਾਲੇ ਸੱਚੇ ਪਾਤਸ਼ਾਹ। ਹਾਂਜੀ। ਦੋਹਰਾ ਜੋ ਤੁਝ ਉਰ ਅਬਿਲਾਖ ਹੈ ਕਰ ਲੀਜੈ ਸੋ ਬਾਤ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਸੱਚੇ ਪਾਤਸ਼ਾਹ ਕਹਿਣ ਲੱਗੇ ਸੁਲੱਖਣੀ ਜੀ ਮੰਗ ਲਓ ਜੋ ਮੰਗਣਾ ਤੇ, ਜੋ ਮੰਗਣਾ ਮੰਗ ਲਓ। ਹਾਂਜੀ। ਮਿਲ ਕਰ ਹਾਂ ਬੋਲੀ ਨਹੀਂ ਬਹੁਰ ਨਾ ਕਹਿ ਪਛਚਾਤ। ਫੇਰ ਨਾ ਆਖਿਓ ਮਨ ਚ ਝੂਰਿਓ ਨਾ ਵੀ ਮੈਂ ਅੰਤਮ ਸਮੇਂ ਮਿਲੀ ਤੇ ਕੋਈ ਗੱਲ ਹੀ ਨਹੀਂ ਹੋਈ। ਹਾਂਜੀ। ਚਉਪਈ ਸੁਨ ਕਰ ਦੀਨ ਭਈ ਇਹ ਬਾਨੀ। ਜਦੋਂ ਮਹਾਰਾਜ ਨੇ ਮਾਤਾ ਜੀ ਨੂੰ ਕਿਹਾ ਨਾ, ਵੇਖੋ ਉਸ ਆਸਣ ਤੇ ਨੇ ਮਹਾਰਾਜ ਜਿੱਥੇ ਸਰੀਰ ਤਿਆਗਣਾ ਤੇ ਸੰਗਤਾਂ ਬੈਰਾਗ ਕਰਨ ਦਈਆਂ। ਜਦੋਂ ਮਹਾਰਾਜ ਨੇ ਕਿਹਾ ਨਾ ਮਾਤਾ ਜੀ ਨੂੰ ਮੰਗੋ ਤੇ ਮਾਤਾ ਜੀ ਸਨਿਮਰ ਹੋ ਗਏ ਜੀ, ਨੀਵੇਂ ਹੋ ਕੇ ਬੋਲੇ। ਹਾਂਜੀ। ਲਤਾ ਵਾਤ ਤੇ ਜਿਉ ਕੁਮਲਾਨੀ। ਹਾਂਜੀ। ਹਾਥ ਬੰਦ ਹੋਏ ਨਿਮਰ ਬਿਸਾਲਾ। ਮਾਤਾ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਨੀਵਿਆਂ ਹੋ ਕੇ ਮਹਾਰਾਜ ਨੂੰ ਬਚਨ ਕੀਤਾ। ਮਾਤਾ ਸੁਲੱਖਣੀ ਜੀ ਨੇ ਬੜੀ ਸਿਆਣਪ ਵਾਲੀ ਗੱਲ ਕੀਤੀ ਜੀ ਉੱਥੇ। ਹਾਂਜੀ। ਬੋਲੀ ਬਚਨ ਸੁਨੋ ਪ੍ਰਭ ਦਇਆਲਾ। ਹੇ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਉਹ ਸੁਣੋ। ਹਾਂਜੀ। ਭਲਕੇ ਹੈ ਸਰਾਧ ਤੋਹਿ ਤਾਤਾ। ਹੁਣ ਇੱਥੇ ਸੰਗਤ ਜੀ ਗੱਲ ਬੜੇ ਧਿਆਨ ਨਾਲ ਸੁਣਿਓ ਤੇ ਬੜੇ ਠਰੰਮੇ ਨਾਲ ਸੁਣਿਓ। ਕਈ ਨਿੱਕੀ ਜੀ ਗੱਲ ਸੁਣ ਕੇ ਅਸ਼ਰਧਾ ਵਿੱਚ ਆ ਜਾਂਦੇ। ਉਦੋਂ ਅਜੇ ਗੁਰਮਤ ਵੱਜ ਰਹੀ ਹੈ ਜੀ, ਗੁਰਮਤ ਵੱਜ ਰਹੀ ਹੈ। ਹੁਣ ਆਪਾਂ ਸਰਾਧ ਨਹੀਂ ਕਰਦੇ, ਗੁਰਮਤ ਵਿੱਚ ਪ੍ਰਵਾਨ ਨਹੀਂ ਹੈ ਅਜੇ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮਾਤਾ ਪਿਤਾ ਨੂੰ ਵੀ ਕਿਹਾ ਸੀ ਵੀ ਤੁਹਾਨੂੰ ਸਰਾਧ ਦੀ ਲੋੜ ਨਹੀਂ ਹੈਗੀ, ਪਰ ਮਹਾਰਾਜ ਮਾਤਾ ਜੀ ਨੂੰ ਕਹਿ ਬੈਠੇ ਵੀ ਜੋ ਮੰਗੋਗੇ ਦਿਆਂਗੇ। ਤੇ ਮਾਤਾ ਸੁਲੱਖਣੀ ਜੀ ਦੇ ਮਨ ਵਿੱਚ ਆਇਆ ਵੀ 2 ਕੁ ਦਿਨ ਮਹਾਰਾਜ ਕੋ ਸਮਾਂ ਮੰਗ ਲਈਏ, ਮੈਂ ਆਪਣੇ ਪੁੱਤਰਾਂ ਨੂੰ ਮਨਾ ਲਿਆਵਾਂਗੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਉਹ ਰੋਕਣਾ ਤੇ ਬਹਾਨਾ ਕੋਈ ਨਹੀਂ ਹੈਗਾ ਜੀ। ਤੇ ਰੋਕਣ ਵਾਸਤੇ ਕਹਿਣ ਲੱਗੇ ਜੀ ਕੱਲ ਤੁਹਾਡੇ ਪਿਤਾ ਜੀ ਦਾ ਸਰਾਧ ਹੈ। ਹਾਂਜੀ। ਜਿਉ ਭਾਵ ਹੈ ਤਿਉ ਕਰ ਸੁਖ ਦਾਤਾ। ਤੇ ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ ਕਰ ਲਓ, ਪਰ ਮੇਰੀ ਬੇਨਤੀ 'ਚ ਅਜੇ ਰੁਕ ਜਾਓ। ਹਾਂਜੀ। ਭਲੀ ਬਾਤ ਜੇ ਕਰੋ ਸਰਾਧੂ। ਬੜਾ ਚੰਗਾ ਹੋਏਗਾ ਜੇ ਸਾਰੀ ਮਰਿਆਦਾ ਆਪਣੇ ਹੱਥਾਂ ਨਾਲ ਕਰ ਜੋ। ਅਜੇ ਮਹਾਰਾਜ ਗਰੀਬ ਨਵਾਜ ਨੇ ਇੱਕ ਨੂੰ ਥੋੜੀ ਲੰਗਰ ਛਕਾਉਣਾ, ਫਿਰ ਮਹਾਰਾਜ ਦਾ ਤੇ ਲੰਗਰ ਫਿਰ ਵੱਡਾ ਹੀ ਹੈ ਨਾ ਸਾਧ ਸੰਗਤ ਜੀ। ਹਾਂਜੀ। ਬਹੁਰ ਸਮਾਵਹੁ ਬਾਦਾ ਬਾਦੂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਤੁਸੀਂ ਦੁੱਖਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ, ਫਿਰ ਜਿਵੇਂ ਤੁਹਾਡੀ ਇੱਛਾ ਕਰ ਲਿਓ।
ਮਹਾਰਾਜ ਇਹ ਕਾਰਜ ਕਰ ਦਿਓ। ਇਹ ਕਿਉਂ ਕਿਹਾ? ਮਾਤਾ ਸੁਲੱਖਣੀ ਜੀ ਨੂੰ ਐਟ ਏ ਟਾਈਮ, ਜਿਹਨੂੰ ਆਪਾਂ ਕਹਿੰਦੇ ਆ ਮੌਕੇ ਤੇ ਕੋਈ ਗੱਲ ਨਹੀਂ ਸੁੱਝੀ ਤੇ ਮਾਤਾ ਜੀ ਨੇ ਇਹ ਗੱਲ ਕਹਿ ਦਿੱਤੀ। ਇਸੇ ਬਹਾਨੇ ਮਹਾਰਾਜ ਰੁਕ ਤੇ ਜਾਣਗੇ ਨਾ। ਹਾਂਜੀ। ਕਰਨਾ ਨਿਦ ਤੁਮਰੇ ਘਰ ਮਾਹੀ। ਹੇ ਕਿਰਪਾ ਨਿਧਾਨ ਸੱਚੇ ਪਾਤਸ਼ਾਹ, ਇਹ ਸਾਰਾ ਕੁਝ ਤੁਹਾਡੇ ਹੱਥ ਵਿੱਚ ਹੈ। ਤੇ ਮਾਤਾ ਜੀ ਗਲਤ ਨਹੀਂ ਕਹਿੰਦੇ ਜੀ। ਸਰੀਰ ਰੱਖਣਾ, ਮਾਰਨਾ, ਨਾਸ ਕਰਨਾ, ਇਹ ਤੇ ਮਹਾਰਾਜ ਦੇ ਹੱਥ 'ਚ ਹੈ ਸਾਰਾ ਕੁਝ ਜੀ। ਹਾਂਜੀ। ਮੇਟਨ ਰਚਨ ਤਰਲੋਕ ਜੇ ਆਹੀ। ਮਹਾਰਾਜ ਗਰੀਬ ਨਵਾਜ, ਤੁਸੀਂ ਤਿੰਨਾਂ ਲੋਕਾਂ ਨੂੰ ਮਰਨ ਤੋਂ ਰੋਕ ਸਕਦੇ ਜੇ। ਤੁਹਾਡੇ ਵਿੱਚ ਇੰਨੀ ਵੱਡੀ ਤਾਕਤ ਹੈ। ਤਿੰਨਾਂ ਲੋਕਾਂ ਨੂੰ ਮਾਰਨ ਵਾਲੇ ਤੇ ਰਚਣ ਵਾਲੇ ਵੀ ਤੁਸੀਂ ਹੋ। ਮਹਾਰਾਜ ਸਾਰਾ ਕੁਝ ਤੇ ਕਰਨ ਕਰਾਉਣ ਵਾਲੇ ਤੁਸੀਂ ਹੋ। ਹਾਂਜੀ। ਦੇਹ ਤਜਨ ਅਰ ਜੀਵਨ ਸੋਈ। ਸਰੀਰ ਛੱਡਣਾ, ਜਿਉਂਦੇ ਰਹਿਣਾ। ਹਾਂਜੀ। ਰਾਵਰ ਕੇ ਅਨੁਸਾਰੀ ਹੋਈ। ਇਹ ਮਹਾਰਾਜ ਸੱਚੇ ਪਾਤਸ਼ਾਹ ਤੇ ਤੁਹਾਡੇ ਹੀ ਹੁਕਮ ਵਿੱਚ ਹੈਗਾ। ਇਹ ਤੇ ਮਹਾਰਾਜ ਆਪ ਜੀ ਦੇ ਹੁਕਮ ਵਿੱਚ ਹੈਗਾ ਸਾਰਾ ਕੁਝ। ਹਾਂਜੀ। ਦੋਹਰਾ ਦੇਖ ਦੀਨਤਾ ਤਾਹੇ ਕੀ ਬੈਨ ਸੁਨੇ ਸੁਭ ਰੀਤ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਦੇ ਬਚਨ ਸੁਣੇ, ਭਾਵੇਂ ਮਹਾਰਾਜ ਦਾ ਸਰਾਧਾਂ ਨਾਲ ਕੋਈ ਸੰਬੰਧ ਨਹੀਂ ਹੈਗਾ ਜੀ। ਸਰਾਧ ਤੇ ਸਾਧ ਸੰਗਤ ਮਹਾਰਾਜ ਨੇ ਆਪਣੇ ਪਿਤਾ ਜੀ ਨੂੰ ਵੀ ਕਿਹਾ ਸੀ ਵੀ ਉਹ ਕਰਾਵੇ ਜਿਹਦਾ ਗਾਂ ਪਹੁੰਚਣਾ ਹੋਵੇ। ਪਹਿਲੀ ਗੱਲ ਗਾਂ ਪਹੁੰਚਦਾ ਨਹੀਂ ਹੈ। ਦੂਜੀ ਗੱਲ ਗੁਰੂ ਨਾਨਕ ਸਾਹਿਬ ਜੀ ਦੇ ਮਾਤਾ ਪਿਤਾ ਤੇ ਸਾਰੇ ਪਹਿਲਾਂ ਹੀ ਸੱਚਖੰਡ ਵਿੱਚ ਬੈਠੇ ਆ। ਹਾਂਜੀ। ਬੋਲੇ ਗਿਰਾ ਸੁਹਾਵਨੀ ਸਿੱਖ ਸੇਵਕ ਕੇ ਮੀਤ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਸੋਹਣੇ ਬਚਨ ਉਰੋਂ ਬੋਲੇ। ਸੰਗਤਾਂ ਬੈਰਾਗ ਕਰਨ ਦਈਆਂ, ਮਾਤਾ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ 2 ਦਿਨ ਰੁਕ ਜਾਓ। ਹਾਂਜੀ। ਚੌਪਈ ਚਾਉਣੀ ਬਚਨ ਰੁਚਰ ਤੈਂ ਕਹੇ। ਸੋਜ ਤਿਆਰ ਕਰੋ ਹਮ ਰਹੇ। ਮਹਾਰਾਜ ਗਰੀਬ ਨਵਾਜ ਗੱਜ ਕੇ ਆਖੋ ਸਾਰੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫੇਰ ਮਹਾਰਾਜ। ਆਖੋ ਸਾਰੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਮਾਤਾ ਸੁਲੱਖਣੀ ਜੀ ਨੂੰ ਚੌਣੀ ਕਹਿ ਲੈਂਦੇ ਹੁੰਦੇ ਸੀਗੇ। ਮਹਾਰਾਜ ਕਹਿੰਦੇ ਚੌਣੀ, ਤੈਨੂੰ ਬਚਨ ਕਿਹਾ ਸੀ ਨਾ ਨਹੀਂ ਕਰਨੀ, ਹੁਣ ਜੇ ਤੂੰ ਕਹਿ ਹੀ ਦਿੱਤਾ ਤੇ ਕੋਈ ਨਹੀਂ, ਰਹਿ ਪੈਨੇ ਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹਦਾ ਭਾਵ ਸਭ ਕੁਝ ਮਹਾਰਾਜ ਦੇ ਹੱਥ ਵਿੱਚ ਹੈਗਾ ਜੀ। ਹਾਂਜੀ। ਕਰਹੇ ਸ਼ਰਾਧ ਅਸ਼ਟਮੀ ਬਾਸੁਰ। ਛਕਾ ਦਿਆਂਗੇ, ਸਭਨਾਂ ਨੂੰ ਲੰਗਰ ਛਕਾਵਾਂਗੇ, ਸਾਰੀ ਸੰਗਤ ਨੂੰ ਹੀ ਲੰਗਰ ਛਕਾਵਾਂਗੇ। ਤੂੰ ਸਮਾਨ ਤਿਆਰ ਕਰ। ਹਾਂਜੀ। ਪੁੰਨ ਨੌਮੀ ਦਿਨ ਸਗਰੋ ਰਹਿ ਕਰ। ਫਿਰ ਮਹਾਰਾਜ ਕਹਿੰਦੇ 1 ਦਿਨ ਵੱਧ ਰਵਾਂਗੇ। ਕਈ ਇਤਿਹਾਸਕਾਰ ਕਹਿੰਦੇ ਆ ਮਾਤਾ ਜੀ ਨੇ ਜਦੋਂ 2 ਦਿਨ ਮੰਗੇ, ਮਹਾਰਾਜ ਨੇ ਕਿਹਾ ਵੀ ਤੁਹਾਨੂੰ ਬਚਨ ਕੀਤਾ ਸੀ ਜੋ ਮੰਗਣਾ ਮੰਗ ਲਓ। 2 ਯੁੱਗ ਵੀ ਕਹਿੰਦੇ ਤੇ ਅਸੀਂ 2 ਯੁੱਗ ਵੀ ਸਰੀਰ ਰੱਖ ਲੈਣਾ ਸੀ ਆਪਣਾ ਜੀ। ਹਾਂਜੀ। ਦਸਵੀਂ ਕੇ ਦਿਨ ਹੋਏ ਤਿਆਰੀ। ਹੁਣ ਕਿਉਂ ਸਪਤਮੀ ਵਾਲੀ ਰਾਤ ਸੀ ਉਹ, ਮਹਾਰਾਜ ਕਹਿੰਦੇ 8ਵੀਂ ਤੇ 9ਵੀਂ ਨੂੰ ਰੱਖਾਂਗੇ ਸਰੀਰ, 10ਵੀਂ ਵਾਲੇ ਦਿਨ ਜਿਹੜਾ ਉਹ ਤਿਆਰੀ ਕਰਾਂਗੇ। ਹਾਂਜੀ। ਰੱਖੋ ਸੋਜ ਉਠਾਵੋ ਸਾਰੀ। ਤੇ ਮਹਾਰਾਜ ਕਹਿਣ ਲੱਗੇ ਸਿੱਖਾਂ ਨੂੰ ਵੀ ਚੁੱਕੋ ਸਮਾਨ ਸਾਰਾ ਪਾਈਏ। ਹਾਂਜੀ। ਕੁਸ਼ਾ ਗੁਲਾਬ ਪਟੀਰ ਉਚਾਏ। ਉਹ ਸਿੱਖਾਂ ਨੇ ਜਿਹੜਾ ਗੁਲਾਬ ਚੰਦਨ ਸਭ ਕੁਝ ਲੈ ਕੇ ਆਂਦਾ, ਉਹ ਚੁਕਾ ਦਿੱਤਾ ਤੇ ਸਰੀਰ ਤਿਆਗਣਾ ਕੈਂਸਲ ਕਰ ਦਿੱਤਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ ਨਾ ਜੀ, ਸਾਰਾ ਕੁਝ ਹੱਥ ਵਿੱਚ ਹੈਗਾ ਜੀ। ਤੇ ਮਹਾਰਾਜ ਨੇ ਕੈਂਸਲ ਕਰਤਾ ਸਾਰਾ ਕੁਝ, ਫੁਰਨਾ ਬਦਲਤਾ ਜੀ। ਹਾਂਜੀ। ਰਖਵਾਏ ਸਭ ਹੀ ਇੱਕ ਥਾਏ। ਇੱਕ ਥਾਂ ਮਹਾਰਾਜ ਗਰੀਬ ਨਵਾਜ ਜੀ ਨੇ ਰਖਾਤਾ ਜੀ। ਹਾਂਜੀ। ਇਸ ਬਿਦ ਸੁਣ ਕੇ ਸਭ ਨਰ ਨਾਰੀ। ਉਹ ਜਦੋਂ ਇਹ ਸਾਰਾ ਕੁਝ ਸੰਗਤਾਂ ਵੇਖਿਆ ਸੁਣਿਆ, ਹਾਂਜੀ, ਹਰਖੇ ਹਿਰਦੇ ਭਇਓ ਸੁਖ ਭਾਰੀ। ਤੇ ਸਭ ਸੰਗਤਾਂ ਜਿਹੜੀਆਂ ਬੈਰਾਗ ਕਰ ਰਹੀਆਂ ਸਨ, ਜਦੋਂ ਮਹਾਰਾਜ ਉੱਠ ਬੈਠੇ ਸਾਰੇ ਹੀ ਖੁਸ਼ ਹੋ ਗਏ ਜੀ। ਸਭ ਖੁਸ਼ ਹੋ ਗਏ। ਸੰਗਤਾਂ ਨੂੰ ਬੜਾ ਹੀ ਸੁੱਖ ਮਿਲਿਆ ਗੱਲ ਸੁਣ ਕੇ ਜੀ। ਹਾਂਜੀ। ਧੰਨ ਧੰਨ ਅਰ ਜੈ ਜੈਕਾਰ। ਸਾਰੇ ਧੰਨ ਧੰਨ ਮਹਾਰਾਜ ਗਰੀਬ ਨਵਾਜ ਜੀ ਨੂੰ ਕਹਿਣ, ਜੈ ਜੈਕਾਰ ਕਰਨ ਸੱਚੇ ਪਾਤਸ਼ਾਹ ਜੀ ਦੀ। ਹਾਂਜੀ। ਹੋਤ ਭਇਓ ਤਹ ਕਾਲ ਅਪਾਰਾ। ਬਸ ਇੱਕ ਬਚਨ ਹੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਸਭਨਾਂ ਨੂੰ ਖੁਸ਼ ਕਰ ਦਿੱਤਾ ਜੀ। ਧੰਨ ਧੰਨ ਸਾਰੇ ਕਹਿਣ, ਧੰਨ ਧੰਨ ਸਤਿਗੁਰੂ ਹਮਾਰਾ ਜਪੋ। ਧੰਨ ਧੰਨ ਸਤਿਗੁਰੂ
ਹਮਾਰਾ। ਧੰਨ 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 ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ। ਸਭ ਸੰਗਤਾਂ ਹੀ ਖੁਸ਼ ਹੋ ਗਈਆਂ ਜੀ। ਹਾਂਜੀ। ਦੋਹਰਾ ਸੋਖ ਬਾਰ ਬਾਰਜ ਦੁਖੀ ਬਰਖਿਓ ਮਨ ਹੋ ਬਾਰ। ਸਾਧ ਸੰਗਤ ਜੀ, ਜਿਵੇਂ ਜਲ ਸੁੱਕ ਜਾਣ ਤੇ ਕਮਲ ਵਾਹਿਗੁਰੂ ਸਾਰੀ ਬਨਸਪਤੀ ਜਿਹੜੀ ਉਹ ਸੁੱਕਣ ਲੱਗ ਪੈਂਦੀ ਹੈ, ਪਰ ਇੱਕਦਮ ਜਦੋਂ ਮੀਂਹ ਪੈ ਜਾਂਦਾ, ਬਰਖਿਓ ਮਾਨੋ ਬਾਰ, ਜਦੋਂ ਮੀਂਹ ਪੈ ਜਾਂਦਾ ਤੇ ਸਾਰੀ ਬਨਸਪਤੀ ਖਿੜ ਜਾਂਦੀ ਜੀ। ਸੰਗਤਾਂ ਪਹਿਲਾਂ ਮੁਰਝਾਈਆਂ ਸਨ, ਗੁਰੂ ਸਾਹਿਬ ਦਾ ਇੱਕ ਬਚਨ ਨੇ ਮਾਨੋ ਖੁਸ਼ੀਆਂ ਦਾ ਮੀਂਹ ਪਾ ਦਿੱਤਾ ਜੀ। ਸਭ ਖੁਸ਼ ਹੋ ਗਏ ਜੀ। ਹਾਂਜੀ। ਕਹੈ ਪਰਸ ਪਰ ਮਿਲ ਤਬਹਿ ਦਰਸ ਕਰਹਿ ਦਿਨ ਚਾਰ। ਸਾਰੇ ਕਹਿਣ ਲੱਗੇ ਇਸੇ ਕਰਕੇ ਕੁਝ ਦਿਨ ਹੋਰ ਦਰਸ਼ਨ ਕਰ ਲਾਂਗੇ ਮਹਾਰਾਜ ਗਰੀਬ ਨਵਾਜ ਜੀ ਦੇ। ਹਾਂਜੀ। ਚੌਪਈ ਰਹਿਤ ਭਏ ਸਭ ਪੁਰ ਕਰਤਾਰਾ। ਜਿਹੜੇ ਘੋੜਿਆਂ ਤੇ ਚੜ ਕੇ ਬਾਹਰੋਂ ਆਏ ਸਨ ਨਾ, ਹੋਰ ਬ੍ਰਹਮਚਾਰੀ ਜਪੀ ਤਪੀ ਮਹਾਪੁਰਖ, ਸਾਰੇ ਫਿਰ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਰਹਿ ਹੀ ਪਏ ਜੀ। ਹਾਂਜੀ। ਸ਼ਬਦ ਪੜ੍ਹੇ ਪੁਨ ਕਰਤ ਵਿਚਾਰਾ। ਸ਼ਬਦ ਪੜ੍ਹਦੇ ਆ, ਵਿਚਾਰਾਂ ਕਰਦੇ ਆ ਬਾਣੀ ਦੀਆਂ। ਹਾਂਜੀ। ਦੇਖਤ ਸਫਲ ਕਰਹਿ ਨਿਜ ਲੋਚਨ। ਤੇ ਆਪਣੇ ਨੇਤਰਾਂ ਨਾਲ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਪਣੇ ਨੇਤਰ ਸਫਲੇ ਕਰਦੇ ਜੀ। ਹਾਂਜੀ। ਭਾਵ ਹੈ ਸੁਖ ਭੇ ਸੰਕਟ ਮੋਚਨ। ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੁਖ ਪਾਉਂਦੇ ਆ, ਸੁਖ ਪਾਉਂਦੇ ਆ, ਦਰਸ਼ਨ ਕਰਦੇ ਆ। ਸੋ ਸੰਗਤ ਜੀ, ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਕਈ ਨਾ ਜੀ ਇਸ ਗ੍ਰੰਥ ਵਿੱਚ ਇਸ ਗੱਲ ਤੇ ਬੜੀ ਕਿੰਤੂ ਕਰਦੇ ਜੀ। ਵੇਖੋ, ਸਰਾਧਾਂ ਦੀ ਗੱਲ ਲਿਖੀ ਹੈ, ਸਰਾਧਾਂ ਦੀ ਗੱਲ ਲਿਖੀ ਹੈ, ਪੜ੍ਹਦੇ ਲਿਖਦੇ ਕੁਝ ਵੀ ਨਹੀਂ ਹੈ, ਗੱਲ ਨੂੰ ਸਮਝਦੇ ਨਹੀਂ ਹੈ। ਮਾਹੌਲ ਕਿਹੜਾ ਸੀਗਾ ਜੀ ਉਸ ਸਮੇਂ। ਮਾਤਾ ਜੀ ਨੂੰ ਜਿਹੜੀ ਗੱਲ ਸੁਝੀ ਮਾਤਾ ਜੀ ਨੇ ਕਹਿ ਦਿੱਤੀ। ਬਾਕੀ ਮਹਾਰਾਜ ਨੇ ਮਾਤਾ ਜੀ ਨੂੰ ਬਚਨ ਕੀਤਾ ਸੀਗਾ ਵੀ ਤੁਹਾਡੀ ਗੱਲ ਮੋੜਾਂਗੇ ਨਹੀਂ, ਮੰਗ ਲਓ ਜੋ ਮੰਗਣਾ। ਤੇ ਜੇ ਮਹਾਰਾਜ ਆਪਣੇ ਬਚਨ ਤੋਂ ਖਿਸਕਣ, ਇਹ ਪੂਰੇ ਗੁਰੂ ਦਾ ਸੁਭਾਅ ਨਹੀਂ ਹੈਗਾ ਜੀ। ਇਸ ਕਰਕੇ ਸੋਚ ਨੂੰ ਵਿਸ਼ਾਲ ਬਣਾਓ। ਮਾਫ ਕਰਿਓ, ਗੱਲ ਸੁਣ ਕੇ ਜਾਂ ਪੜ੍ਹ ਕੇ ਤਰਕ ਤਾਂ ਮਾੜੂ ਮੋਟ ਜੇ ਬੰਦੇ ਵੀ ਕਰੀ ਜਾਂਦੇ ਆ, ਪਰ ਉਸ ਮਾਹੌਲ ਵਿੱਚ ਵੇਖੋ ਕੀ ਬਣਿਆ ਹੈ। ਜੋ ਹੈ ਸਭ ਸੱਤ ਹੈ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਮਹਾਰਾਜ ਫਿਰ ਰਹਿ ਪਏ ਆ। ਇਸ ਪ੍ਰਸੰਗ ਚੋਂ ਗੁਰੂ ਸਾਹਿਬ ਦੀ ਵਡਿਆਈ ਵੇਖੋ। ਮਹਾਰਾਜ ਗਰੀਬ ਨਵਾਜ ਕਿਵੇਂ ਸਾਧ ਸੰਗਤ ਦੀ ਗੁਰੂ ਦੀ ਵਡਿਆਈ ਝਲਕਾਂ ਮਾਰਦੀ ਹੈ। ਸੱਚੇ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਤੇ ਮਹਾਰਾਜ ਫਿਰ ਉੱਠ ਕੇ ਬੈਠ ਗਏ। ਸਤਿਗੁਰ ਮੇਰਾ ਸਦਾ ਸਦਾ ਨਾਵੈ ਨਾ ਜਾਏ। ਮਹਾਰਾਜ ਸਦਾ ਰਹਿਣ ਵਾਲੇ ਹੈ। ਜੰਮਣ ਮਰਨਾ ਸਾਰਾ ਕੁਝ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਹੈ। ਮਾਤਾ ਸੁਲੱਖਣੀ ਜੀ ਕਹਿੰਦੇ, ਮਹਾਰਾਜ ਤਿੰਨਾਂ ਲੋਕਾਂ ਨੂੰ ਰੱਖਣਾ ਤੇ ਮਾਰਨਾ ਸਭ ਤੁਹਾਡੇ ਹੱਥ ਵਿੱਚ ਹੀ ਹੈਗਾ ਜੀ। ਔਰ ਇਹ ਬਿਲਕੁਲ ਸੱਤ ਹੈ ਜੀ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।